ਆਉਂਦਾ ਪ੍ਰਭ ਕੇ ਸਿਮਰਨ ਦੀ ਗੱਲ ਸੰਤਾਂ ਦੀ, ਜਿਹੜਾ ਕਰਨਾ ਸੀ ਨਹੀਂ ਕੀਤਾ ਹੁਣ ਥਈ, ਜਿਹੜਾ ਕਰਨਾ ਸੀ ਜਿਹਨਾਂ ਨੇ ਨਹੀਂ ਕੀਤਾ, ਦੁਸ਼ਟ ਸਭਨ ਕੋ ਮੂਲ ਉਪਾਰਨ। ਜੇ ਕਰਦੇ ਸਿਮਰਨ ਨੂੰ, ਪ੍ਰਭ ਕੇ ਸਿਮਰਨ ਤੇ ਕੀ ਪ੍ਰਾਪਤੀ ਹੁੰਦੀਆਂ ਨੇ, ਹੋ ਜਾਂਦੀਆਂ ਨੇ, ਹੋ ਜਾਣੀਆਂ ਚਾਹੀਦੀਆਂ ਨੇ, ਐ ਕਹੋ ਹੋ ਜਾਣੀਆਂ ਚਾਹੀਦੀਆਂ ਨੇ। ਜੇ ਨਹੀਂ ਹੁੰਦੀਆਂ ਤਾਂ ਪ੍ਰਭ ਦਾ ਸਿਮਰਨ ਨਹੀਂ ਹੈ, ਨਹੀਂ ਸੀ। ਜਿਹੜਾ ਕਬੀਰ ਨੇ ਕੀਤਾ ਸਿਮਰਨ, ਉਹ ਸਿਮਰਨ ਨਹੀਂ ਸੀ। ਜੇ ਹੁੰਦਾ ਤਾਂ ਇਹ ਪ੍ਰਾਪਤੀਆਂ ਖਾਤਰ ਤਾਂ ਕਹਿੰਦਾ ਸੀ। ਇਹ ਦੱਸੋ ਕਿਹੜੇ ਸੰਤ ਨੂੰ ਇਹ ਪ੍ਰਾਪਤੀਆਂ ਹੋਈਆਂ ਨੇ ਪ੍ਰਭ ਕੇ ਸਿਮਰਨ ਨਾਲ, ਜਿਹੜਾ ਉਹ ਕਰਦਾ। ਇਹ ਅਸ਼ਟਪਦੀ ਦਾ ਆ ਮਤਲਬ ਹੈ। ਇਸ ਐਂਗਲ ਤੋਂ ਵਕੀਲਾਂ ਨੇ ਇਹਨੂੰ ਲੈਣਾ ਭਾਈ, ਵਕੀਲਾਂ ਨੂੰ ਪੜ੍ਹਾ ਦੇਣੀ ਹੈ ਮੈਂ। ਇਹ ਅਸ਼ਟਪਦੀ ਆ ਕਿਉਂ ਲਿਖੀ ਹੈ ਕਿ ਪ੍ਰਭ ਕੇ ਸਿਮਰਨ ਤੇ ਆ ਕੁਛ ਪ੍ਰਾਪਤੀਆਂ ਨੇ। ਜਿਹੜੇ ਤੁਸੀਂ ਸੰਤੋਂ ਤੁਹਾਨੂੰ ਇਹ ਪ੍ਰਾਪਤੀਆਂ ਹੋਈਆਂ, ਤੁਹਾਡੇ ਸਿਮਰਨ ਨਾਲ ਕਰਾ ਕੇ ਦਿਖਾਓ। ਜੇ ਨਹੀਂ ਹੁੰਦਾ ਇਹ ਸਿਮਰਨ ਨਹੀਂ ਹੈ, ਇਹਨੂੰ ਬੰਦ ਕਰੋ, ਛੱਡੋ। ਕਿਉਂ ਠੱਗੀ ਮਾਰਦੇ ਹੋ ਲੋਕਾਂ ਨੂੰ? ਇਹ ਆਪਣਾ ਪੈਂਤਰਾ ਹੈ। ਲੜਾਈ ਸ਼ੁਰੂ ਹੋ ਗਈ ਝੰਡੀ ਦੀ, ਪਹਿਲੀ ਅਸ਼ਟਪਦੀ ਤੇ ਹੀ ਪ੍ਰਭ ਕੇ ਸਿਮਰਨ ਗਰਭ ਨਾ ਬਸੈ। ਹੁਣ ਪ੍ਰਭ ਕੇ ਸਿਮਰਨ ਦੇ ਕਰਕੇ ਇੱਕ ਤਾਂ ਪਹਿਲਾ ਅਰਥ ਹੈ ਸੰਸਾਰੀ। ਹੰਕਾਰ ਦੇ ਘਰ ਚ ਨਹੀਂ ਬਸਦਾ, ਹੰਕਾਰ ਇਹਦੇ ਹਿਰਦੇ ਚ ਬਸੇ ਨਹੀਂ ਸਕਦਾ। ਜੇ ਪ੍ਰਭ ਕਾ ਸਿਮਰਨ ਕਿਉਂ ਨਹੀਂ ਬਸ ਸਕਦਾ? ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋ ਨਾ ਵਸੈ ਇੱਕ ਥਾਂ। ਹਿਰਦੇ ਚ ਹੰਕਾਰ ਹੋ ਨਹੀਂ ਸਕਦਾ ਜੇ ਸਿਮਰਨ, ਗਰਭ ਨਹੀਂ ਵੱਸਦਾ। ਹੁਣ ਪਰਲੋਕ ਵਾਲਾ ਅਰਥ, ਇਹ ਤਾਂ ਇਸ ਲੋਕ ਦਾ ਅਰਥ ਹੋ ਗਿਆ ਨਾ, ਜਾਂ ਉਹ ਸੱਚ ਹੋ ਗਿਆ। ਹੁਣ ਦੂਆ ਅਰਥ ਲੈ ਲਓ ਨਿਰਾਕਾਰੀ। ਜੇ ਗਰਭ ਹੈ ਤਾਂ ਸੰਸਾਰੀ ਅਰਥ ਹੋਊਗਾ ਉੱਥੇ। ਸੰਸਾਰੀ ਆਦਮੀ ਚ ਗਰਭ ਹੈ ਨਾ, ਆਦਮੀ ਤਾਂ ਆਦਮੀ ਹੈ ਤਾਂ ਆਤਮਾ ਹੀ। ਦੋਏ ਆਤਮਿਕ ਲੈਵਲ ਦੇ ਅਰਥ ਨੇ, ਪਰ ਇੱਕ ਸੰਸਾਰ ਵਿੱਚ ਆਤਮਾ ਉਸ ਲੈਵਲ ਦਾ ਅਰਥ ਹੈ, ਇੱਕ ਨਿਰਾਕਾਰੀ ਉਸੇ ਆਤਮਾ ਦਾ ਅਰਥ ਹੈ। ਜੇ ਹੰਕਾਰ ਨਹੀਂ ਬਸਦਾ, ਜ਼ਰੂਰੀ ਨਹੀਂ ਨਾਮ ਬਸ ਗਿਆ ਉੱਥੇ। ਹੰਕਾਰ ਨਹੀਂ ਬਸਦਾ ਤਾਂ ਰਜੋਗੁਣ ਚ ਆ ਜਾਂਦਾ ਹੈ, ਸਤੋਗੁਣ ਚ ਵੀ ਹੰਕਾਰ ਹੁੰਦਾ ਹੈ। ਰਜੋਗੁਣ ਚ ਜੋ ਹੰਕਾਰ ਘੱਟ ਹੁੰਦਾ, ਨਿਊਟਰਲ ਗੇਅਰ ਹੁੰਦਾ। ਰਜੋਗੁਣ ਵਾਲੇ ਨੂੰ ਹੰਕਾਰ ਘੱਟ ਹੁੰਦਾ, ਉਹ ਸਤੋਗੁਣ ਵਾਲੇ ਤੋਂ ਵੀ ਪ੍ਰਭਾਵਿਤ ਹੁੰਦੇ ਨੇ, ਬੜਾ ਮੰਨ ਲੈਂਦੇ ਨੇ। ਤਮੋਗੁਣ ਵਾਲਿਆਂ ਨੂੰ ਵੀ ਬੜਾ ਮੰਨ ਲੈਂਦੇ ਨੇ। ਸੰਤ ਤਮੋਗੁਣੀ ਵੀ ਨੇ, ਸਤੋਗੁਣੀ ਵੀ ਨੇ, ਹੈ ਦੋਏ ਸੰਤ, ਤਮੋਗੁਣੀ ਸਤੋਗੁਣੀ। ਤਮੋਗੁਣੀ ਚ ਵੀ ਸੰਤ ਆ ਜਾਂਦੇ ਨੇ, ਤੇ ਉਹ ਸ਼ਿਵ ਜੀ ਦਾ ਤਮੋਗੁਣੀ ਹੈ ਸੰਤ। ਸ਼ਿਵ ਹੈ ਨਾ, ਤਮੋਗੁਣੀ ਸੰਤ ਹੈ ਉਹ। ਉੱਥੇ ਤਮੋਗੁਣੀ ਤਮੋ ਮਾਇਆ ਦੀ ਹੈ, ਇੱਥੇ ਤਮੋ ਵਡਿਆਈ ਦੀ ਹੈ। ਸੰਸਾਰੀ ਇਹ ਤਪ ਕਰਕੇ ਸੰਸਾਰੀ ਵਡਿਆਈ ਲੈਂਦੇ ਨੇ। ਗੱਲ ਦੋਏ ਵਡਿਆਈ ਦੀ ਹੈ, ਤੇ ਤਮਾ ਭਗਤੀ ਦੀ ਹੈ। ਸੰਸਾਰੀ ਵਡਿਆਈ ਵਾਲੀ ਭਗਤੀ ਦੀ ਤਮਾ ਇੱਛਾ ਭੁੱਖ ਹੈ, ਉੱਥੇ ਸੰਸਾਰੀ ਪਦਾਰਥਾਂ ਦੀ ਇਕੱਠੇ ਕਰਕੇ ਬੜਾ ਬਣਨ ਦੀ ਭੁੱਖ ਹੈ। ਭੁੱਖਾਂ ਦੋਏ ਪਾਸੇ ਨੇ। ਉਹ ਰਜੋਗੁਣੀ ਚ ਸਤੋਗੁਣੀ ਵੱਲ ਨੂੰ ਚਲੇ ਗਏ, ਭਾਵ ਸੱਤ ਕੀ ਹੈ, ਇਹ ਤਮੋਗੁਣੀ ਵੱਲ ਨੂੰ ਚਲੇ ਗਏ। ਇੱਥੇ ਹੰਕਾਰ ਜ਼ਿਆਦਾ ਵੱਧਦਾ। ਇੱਧਰ ਕਿ ਉਹਨੂੰ ਕਿਸੇ ਨਾਲ ਮਿਲ ਕੇ ਨਹੀਂ ਚੱਲਣਾ ਪੈਂਦਾ, ਉਹਨਾਂ ਨੂੰ ਮਿਲ ਕੇ ਚੱਲਣਾ ਪੈਂਦਾ, ਰਾਜੇ ਨੂੰ, ਸਾਰਿਆਂ ਨੂੰ। ਹਾਂਜੀ, ਪ੍ਰਭ ਕੇ ਸਿਮਰਨ ਗਰਭ ਨਾ ਬਸੇ। ਅਗਲਾ ਅਰਥ ਇਹ ਹੈ, ਪ੍ਰਭ ਕਾ ਜੇ ਸਿਮਰਨ ਕਰੇ, ਆ ਜਿਹੜਾ ਰਾਮ ਗਰਭ ਹੈ ਨਾ, ਇਹਦੇ ਵਿੱਚ ਫਿਰ ਬਸਣਾ ਨਹੀਂ ਚਾਹੁੰਦਾ, ਉਹ ਇੱਛਾ ਨਹੀਂ ਰੱਖਦਾ, ਬਸਦਾ ਹੀ ਨਹੀਂ ਇੱਥੇ। ਉਹ ਕਹਿੰਦਾ ਮੈਂ ਨਹੀਂ ਇੱਥੇ ਰਹਿਣਾ।
जखवीर कहते बाबा अपना बस में सगाओ, कड़ी कड़ी का लेखा मांगे का चेतु नो। भी होना संसार मेरा नहीं जी लगता, जिथे जी नहीं लगता उत्थे आदमी रहना नहीं, रहता उत्थे है जिथे जी लगता। साडा संसार जी लग्या होया, जिदन जी उचाट हो गया संसार से उदने मुक्ति है। उचाट होना ही है, और तो कुछ भी नहीं। उचाट अज्ञानता नहीं हो सकता, होया नहीं जा सकता उचाट। जितना चर परला ज्ञान नहीं जिथे जाना है, और उन्हें सुख साधन सब ज्ञान नहीं पता है, हो गया फिर जाता है। और जिउदे नहीं देख लिया हो जा नजारा जीवन मुक्त च, फिर उचाट होंदा नहीं, होंदा ही नहीं। ਏਦਾਂ नहीं होंदा गल्लां नाल उचाट। देखे तो बिना किवें हो जू, बिन देखे उपजे नहीं आसा। जे देख नहीं लेंदा परलोक की आसा नहीं अंदर पैदा होती है। परलोक की आसा जद पैदा होती है पूरी समझ आ जाती है। ਇਹ ਵੀ थोड़ी ਇਹਨਾਂ ਦੀਆਂ ਗੱਲਾਂ ਨਾਲ पूरी प्रतख हो जाती है जद गल। ਇਹਨੂੰ ਛੱਡਦਾ ਕਿਵੇਂ ਛੱਡੂ? जिन्ना चर सानू पता भी दूआ डंडा पक्का नहीं, मजबूत नहीं, पहला थोड़ा जिहा बोझ दे के देखते नहीं आप। जे उत्थे डंडा टुट गया तो पहला पैर तो पिछे हैगा ही है, थोड़ा जिहा झटका बजू जे ध्यान ना चढ़ता। जे नहीं ध्यान ना चढ़ता वो डिगर भी सकता, भी तो ध्यान है दूए डंडे का। उच्ची अवस्था जान च हमेशा बहुते ध्यान की लोड़ है, पूरे ध्यान की लोड़ है। इत्थे कहते ने मैं उच्ची अवस्था हो गई मैंने चढ़े थे, इत्थे सारा रौला काहदा उच्ची अवस्था का? चढ़िया कोई भी नहीं, या फिर डंडा मूँह भरने पे ने टुटिया होया, पैर रखिया मूँह भरने डिग पे थले। सुपना लेंदे ने उच्ची अवस्था यही है जिथे असीं चले गए। या तो यही चले गए भी असीं चार गल्लां सुन लियां, दूए ने सुणी साडी अवस्था उच्ची हो गई बस। या तो इत्थे नूं उच्ची अवस्था इसे नूं समझ लिया, इन्नी उच्ची अवस्था होंदी होंदी गा ਉੱਚੇ ਤੋਂ ਉੱਚਾ ਭਗਵੰਤ ਉੱਥੇ ਤਾਂ। ਇਹਦਾ ਮਤਲਬ ਤੈਨੂੰ ਤਾਂ ਕੋਈ ਗੱਲ ਨਹੀਂ, ਉੱਚੇ ਤੋਂ ਉੱਚਾ ਭਗਵੰਤ ਵਾਲੀ ਪੰਕਤੀ ਤੈਨੂੰ ਪਰਵਾਹ ਕੋਈ ਨਹੀਂ, ਨਾ ਤਾਂ ਸੁਣੀ ਨਾ ਤੈਨੂੰ ਸੁਣਨ ਦੀ ਲੋੜ ਹੈ। ਤੈਨੂੰ ਕੀ ਸੁਣਨ ਦੀ ਲੋੜ ਹੈ? ਤੇਰਾ ਤਾਂ ਹੰਕਾਰ ਖੜ ਗਿਆ ਕਿ ਬਾਈ ਦੋ ਉੱਚੀ ਹੁੰਦੀ ਅਵਸਥਾ। ਗਾਹਾਂ ਪੰਕਤੀਆਂ ਤੈਂ ਕੀ ਲੈਣਾ? ਤੈਨੂੰ ਪਤਾ ਕਿੰਨੀਆਂ ਪੰਕਤੀਆਂ ਪਈਆਂ ਤੇਰੇ ਖਿਲਾਫ ਗਾਹਾਂ। ਆਪਣੇ ਖਿਲਾਫ ਵਾਲੀਆਂ ਪੰਕਤੀਆਂ ਨਹੀਂ ਕਹਤੇ ਵੀ ਯਾਦ ਹੈ, ਹੱਕ ਵਾਲੀਆਂ ਯਾਦ ਨੇ ਬਸ। ਆਪਣੇ ਮਤਲਬ ਦੀ ਪੰਕਤੀ ਯਾਦ ਹੈ, ਰੌਲਾ ਖਿਲਾਫ ਵਾਲੀ ਆਉਂਦਾ, ਮਤਲਬ ਵਾਲੀ ਦਾ ਲੋੜੇ ਨਹੀਂ ਮਨ ਦੀ ਯਾਦ ਕਰ ਲੈ। ਡਿੱਕਾ ਤਾਂ ਖਿਲਾਫ ਵਾਲੀ ਨਾ ਬਣਨਾ, ਮੂੰਹ ਭਰਨੇ ਤਾਂ ਉਹਨੇ ਛੱਡਣਾ, ਸਟੈਪ ਤਾਂ ਉਹਨੇ ਨਹੀਂ। ਜਿਹੜੇ ਤੇ ਪੈਰ ਰੱਖਣਾ ਡੰਡੇ ਤੇ ਉਹਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਜੇ ਉਹਦੀ ਕਿਤੇ ਰੱਸੀ ਕਮਜ਼ੋਰ ਹੋਈ ਥੱਲੇ ਤੇ ਪਿਆ, ਖਬਰ ਹੈ ਥੱਲੇ ਵਾਲੇ ਨੂੰ ਵੀ ਤੋੜ ਦੇਵੇ ਉੱਤੋਂ ਆਇਆ ਇੱਕਦਮ। ਜੇ ਉੱਤੋਂ ਆਇਆ ਭਾਰੀ ਬੋਝ ਹੋ ਗਿਆ, ਉਤਰੇ ਡੰਡੇ ਚਲਾ ਗਿਆ। ਜੇ ਉੱਤੋਂ ਡਿੱਗਦਾ ਹੈ ਨਾ ਥੱਲੇ ਦੇ ਡੰਡੇ ਤੋੜਦਾ ਹੀ ਚਲਾ ਜਾਂਦਾ। ਜੇ ਟਿੱਪਿਆ ਬਸ। ਕਹਿੰਦੇ ਸਾਧੂ ਜੀਵਨ ਕਠਿਨ ਹੈ। ਇਹਨਾਂ ਨੇ ਕਿਹਾ ਜਿਹੜੇ ਆਪਣੇ ਜੈਨੀ ਦੇ ਜੈਨੀ ਮਤ ਦਾ ਇੱਕ ਫੋਟੋ ਬਣਾਈ ਹੋਈ ਹੈ ਇਹਨਾਂ ਦੇ ਆਪਣੇ ਜੀਵਨ ਦੀ। ਇੱਕ ਆਦਮੀ ਖਜੂਰ ਤੇ ਚੜ੍ਹ ਰਿਹਾ, ਖਜੂਰ ਤੇ ਚੜ੍ਹਦਾ, ਖਜੂਰਾਂ ਉੱਤੇ ਪੱਕੀਆਂ ਨੇ। ਚੜ੍ਹਦਾ ਚੜ੍ਹਦਾ ਥੋੜੇ ਹੱਥ ਪੈਣ ਲੱਗਾ, ਖਜੂਰ ਨੂੰ ਥੱਲੇ ਡਿੱਪਿਆ, ਕੰਡਾ ਲੱਗਿਆ ਹੱਥ 'ਚ, ਕਿਤੇ ਉਹ ਐ ਹੋ ਗਿਆ। ਕਿਹੜਾ ਪੌੜੀ ਨਾਲ ਚੜ੍ਹਦਾ ਤਾਂ ਉਹੀ ਚੜ੍ਹਦਾ ਸੀ, ਸਿਰ ਢਿੱਲਾ ਪੈ ਗਿਆ, ਖਜੂਰ ਤੋਂ ਥੱਲੇ ਡਿੱਪਿਆ। ਗੋਡੇ ਦੀ ਹੱਡੀ ਉੱਥੇ ਪਈ ਆ, ਖੋਪਰੀ ਉੱਥੇ ਪਈ ਆ, ਬਾਂਹ ਦੀ ਹੱਡੀ ਉਹ ਪਿਆ, ਹੱਡੀਆਂ ਨੇ 5-7 ਪਿੰਜਰਾ ਜਿਹਾ ਪਿਆ, ਡੱਡ ਦਿਖਾਲੇ ਹੋਏ ਨੇ। ਥੱਲੇ ਲਿਖਿਆ ਸਾਧੂ ਜੀਵਨ ਕਠਿਨ ਹੈ, जैसे पेड़ खजूर चढ़े तो चाखे प्रेम रस, गिरे तो चकना चूर। ये जीवन जो थले गिर जाए ऐ पईयां हड्डियां जी, ਉਹ ਹਰੇਕ ਨੂੰ ਦੇ ਦਿੰਦੇ ਨੇ। ਸਮਝਿਆ ਜੀ?
ਹਾਂਜੀ ਉਹਨਾਂ ਨੇ ਗਿਆਨ ਦੇਣ ਨੂੰ ਰੱਖੀ ਹੈ ਲੋਕਾਂ ਨੂੰ, ਡਰ ਸਾਧੂ ਨੂੰ। ਸੌਖਾ ਨਹੀਂ ਹੈ ਜੀਵਨ, ਜੇਕਰ ਜਿਵੇਂ ਥੱਲੇ ਹੀ ਆਉਂਦਾ ਕੋਈ ਡੰਡਾ ਨਹੀਂ ਵੱਜਦਾ ਵਿਚਾਲੇ, ਕਿਉਂ ਹੰਕਾਰ ਦਾ ਵਜਨ ਜ਼ਿਆਦਾ ਹੁੰਦਾ, ਉਹ ਡੰਡਾ ਤਾਂ ਥੋੜਾ ਹੰਕਾਰ ਚੱਲਣ ਵਾਲਾ ਸੀ। ਹੋਵੇ ਉਹ ਭਰਮ ਪੈ ਭਾਰ, ਜੇ ਇਹਦਾ ਭਾਰ ਵੱਜ ਵੇ ਜਾ ਕੇ ਸਤੋਗੁਣ ਚ ਵੱਧਦਾ ਜਾ ਕੇ, ਹੋਰ ਨਹੀਂ ਕਿਤੇ ਵੱਧਦਾ, ਉੱਥੋਂ ਡਿੱਗਦਾ ਥੱਲੇ। ਜਾਂ ਫਿਰ ਇੱਥੇ ਵੱਧਦਾ ਇਹਨਾਂ ਚ ਰਾਜਿਆਂ ਚ ਮਿਨਿਸਟਰ ਹੋ ਕੇ ਪਾਵਰ ਇੱਥੇ ਵੱਧਦਾ, ਜਾਂ ਸੰਤਾਂ ਚ ਵੱਧਦਾ, ਔਰ ਸਿਰੇ ਤੇ ਜਾ ਕੇ ਵੱਧਦਾ। ਔਰ ਇਹੀ ਵਧਣਾ ਅਖੀਰ ਚ ਦੋਹਾਂ ਪਾਸਿਆਂ ਚ, ਜਾਂ ਸੰਤਾਂ ਵੱਲੋਂ ਵਧੂਗਾ ਸਿਰੇ ਤੋਂ ਨਰਕ ਜਾਊਗਾ, ਜਾਂ ਇੱਧਰੋਂ ਜਾਊਗਾ। ਇਹ ਵੀ ਰਾਜ ਹੈ ਇਹਨਾਂ ਦਾ, ਸੰਤ ਰਾਜੇ ਹੀ ਕਹੂਦੇ ਨੇ, ਇਹ ਦਾਸ ਨਹੀਂ ਹੈਗੇ। ਲੋਕ ਮੱਥੇ ਨਹੀਂ ਟੇਕਦੇ ਇਹਨਾਂ ਨੂੰ, ਚੜਾਵੇ ਨਹੀਂ ਚੜਾਉਂਦੇ, ਉਹ ਰਾਜੇ ਤੱਕ ਤਾਂ ਮੱਥਾ ਟੇਕ ਦਿੰਦੇ ਨੇ ਆ ਕੇ। ਇਹਨਾਂ ਦਾ ਹੰਕਾਰ ਬਹੁਤ ਤੱਕ ਉੱਚਾ ਚਲਾ ਜਾਂਦਾ ਹੁੰਦਾ ਹੈ। ਜਿਹੜੇ ਹੋਰ ਨੇ ਉਹ ਭੱਜ ਜਾਂਦੇ ਨੇ, ਇਹਨਾਂ ਨੇ ਹਥਿਆਰ ਰੱਖਣ ਲੱਗ ਜਾਂਦੇ ਨੇ ਵੀ ਸਾਡੇ ਦਾ ਰਾਜੇ, ਸਾਨੂੰ ਤਾਂ ਕੋਈ ਹੱਥੇ ਨਹੀਂ ਪਾ ਸਕਦਾ, ਐਵੇਂ ਕਰ ਲੈਂਦੇ ਨੇ ਭੁਲੇਖੇ ਚ। ਉਹ ਉਹਨਾਂ ਨੂੰ ਪਤਾ ਹੁੰਦਾ ਪਖੰਡੀ ਨੂੰ ਆਪਣਾ ਇਹਨਾਂ ਕੋਲ ਵੋਟ ਪਟ ਲੈਣਾ। ਉਹ ਕਿਹੜਾ ਉਹ ਇਹਨਾਂ ਨੂੰ ਮੰਨਦੇ ਨੇ ਸੰਤਾਂ ਨੂੰ ਵੀ ਇਹਨਾਂ ਕੋਲ ਸ਼ਕਤੀਆਂ ਨੇ, ਸ਼ਕਤੀਆਂ ਸ਼ਕਤੀਆਂ ਤਾਂ ਉਹ ਸਾਰੇ ਲੋਕ ਜਾਣਦੇ ਨੇ। ਮੂਰਖ ਭਾਵੇਂ ਮੰਨ ਲੈਂਦੇ ਹੁਣ ਕੋਈ ਸ਼ਕਤੀ ਹੈ, ਸਵਾਰਥ ਦੀ ਗੱਲ ਆ ਸਾਰਿਆਂ ਚ, ਸਵਾਰਥ ਦੀਆਂ ਗੱਲਾਂ ਚੱਲਦੀਆਂ, ਸਾਰੇ ਪਰਮਾਤਮਾ ਦੀਆਂ ਗੱਲਾਂ ਨਹੀਂ ਚੱਲਦੀਆਂ ਉੱਥੇ ਕੋਈ ਕਦੇ। ਇਹ ਦੋਏ ਸਿਰਿਆਂ ਤੇ ਜਾ ਕੇ ਨਰਕ ਹੈ। ਤਪੋ ਰਾਜ, ਤਪ ਕਰਕੇ ਸੰਤ ਰਾਜਾ ਬਣਦਾ, ਬਲਕਿ ਦੂਏ ਰਾਜਾਂ ਦੀ ਗੱਲ ਘੱਟ ਹੈ, ਤਪੋ ਰਾਜ ਵਾਲਿਆਂ ਦੀ ਗੱਲ 100% ਹੈ। ਜਿਹੜਾ ਕੱਲੇ ਤਪ ਤੋਂ ਰਾਜ ਵੱਲ ਚਲਿਆ ਜਾਊਗਾ ਉਹ ਨਰਕ ਚ ਗਿਰੂਗਾ ਹੀ ਗਿਰੂਗਾ। ਨਾ ਤਾਂ ਗਿਆਨ ਆਇਆ ਨਾ ਧਿਆਨ ਆਇਆ, ਤਪ ਦੇ ਵਿੱਚ ਤਾਂ ਕੁਝ ਗਾਹਾਂ ਹੈ ਹੀ ਨਹੀਂ। ਬੜੇ ਬੜੇ ਮੁਨੀ ਦੇਵਤੇ ਕਈ ਯੁਗ ਤੇਰੀ ਤਨ ਤਾਇਆ, ਕਿੰਨੀ ਤੇਰਾ ਅੰਤਰ ਪਾਇਆ। ਸਾਡੇ ਤਪ ਨਹੀਂ ਹੈਗਾ ਸਾਡੇ ਪ੍ਰਮਾਣ ਬਿਲਕੁਲ ਵੀ ਗੁਰਬਾਣੀ ਚ, ਕੱਲਾ ਸਾਡੇ ਜਪ ਦੇ ਨਾਲ ਤਪ ਆਉਂਦਾ। ਸਾਡੇ ਜਪ ਤਪ ਹੈ, ਤਪ ਨਹੀਂ ਹੈਗਾ ਸਾਡੇ ਬਿਲਕੁਲ। ਤਪ ਕੱਲਾ ਤਨ ਤਾਇਆ ਹੁੰਦਾ ਹੈ, ਤਨ ਨੂੰ ਕਸ਼ਟ ਦੇਣਾ। ਬੜੇ ਬੜੇ ਮੁਨੀ ਦੇਵਤੇ, ਮੁਨੀ ਔਰ ਦੇਵਤੇ ਜਿਹੜੇ ਆਏ ਨੇ, ਰਿਸ਼ੀ ਮੁਨੀ ਔਰ ਦੇਵਤੇ। ਰਿਸ਼ੀ ਇੱਥੇ ਤਾਂ ਨਹੀਂ ਕਿਹਾ, ਰਿਸ਼ੀ ਜਿਹੜੇ ਸੀਗੇ ਉਹ ਬ੍ਰਹਮ ਵਿਚਾਰ ਕਰਨੇ ਵਾਲੇ ਤੇ ਵੇਦ ਪੜ੍ਹਨੇ ਵਾਲੇ ਤੋਂ ਰਿਸ਼ੀ ਕਹਾਏ ਨੇ, ਮੁਨੀ ਨਹੀਂ ਕਹਾਏ। ਉਹ ਮੁਨੀ ਸ਼ਿਵ ਜੀ ਵਾਲੇ ਨੇ, ਉਹ ਰਿਸ਼ੀ ਨੇ ਜਟਾ ਜੋੜ ਹੁੰਦੇ ਨੇ, ਇਹ ਮੁਨੀ ਨੇ ਉੱਥੇ ਜਟਾ ਰੱਖਦੇ ਨੇ, ਉਹ ਕੇਸ ਰੱਖਦੇ ਨੇ, ਜਟਾ ਨਹੀਂ ਰੱਖਦੇ, ਬਾਹ ਕੇ ਰੱਖਦੇ ਨੇ ਕੇਸ ਪਿਛੇ ਨੂੰ, ਪਰ ਬਾਹ ਕੇ ਰੱਖਦੇ, ਜਟਾ ਨਹੀਂ ਬਣਾਉਂਦੇ। ਰਿਸ਼ੀ ਦਾੜੀ ਵੀ ਰੱਖਦੇ ਨੇ, ਕੰਘਾ ਕਰਕੇ ਰੱਖਦੇ ਨੇ, ਖੁੱਲੀ ਦਾੜੀ ਰੱਖਦੇ ਸੀ ਉਹ, ਗਿਆਨਵਾਨ ਨੇ, ਉਹ ਪੜ੍ਹਾਈ ਕਰਦੇ ਨੇ, ਪੜ੍ਹੇ ਲਿਖੇ ਨੇ। ਬੜੇ ਬੜੇ ਮੁਨੀ ਦੇਵਤੇ ਲਿਖਿਆ, ਰਿਸ਼ੀ ਨਹੀਂ ਲਿਖਿਆ ਵਿੱਚ, ਕਿਉਂਕਿ ਉਹ ਰਿਸ਼ੀ ਤਨ ਨੂੰ ਨਹੀਂ ਤਾਉਂਦੇ। ਗਿਆਨ ਉਹਨਾਂ ਦਾ ਮਨ ਕਰਕੇ ਹੈ ਤਪ, ਇਹਨਾਂ ਦਾ ਤਨ ਕਰਕੇ ਤਪ ਹੈ ਮੁਨੀਆਂ ਦਾ। ਕਈ ਯੁਗ ਤਿਨੀ ਤਨ ਤਾਇਆ, ਕਿੰਨੀ ਤਰ੍ਹਾਂ ਅੰਤ ਨਾ ਪਾਇਆ, ਅੰਤ ਤਾਂ ਪਾਇਆ ਨਹੀਂ। ਅੰਤਨ ਪਾਵਤ ਦੇਵ ਸਭੈ, ਮੁਨੀ ਇੰਦਰ ਮਹਾਸ਼ਿਵ ਜੋਗ ਕਰੀ। ਸਾਰੇ ਦੇਵਤੇ ਨਹੀਂ ਅੰਤ ਪਾ ਸਕੇ। ਇੰਦਰ ਮੁਨੀ, ਇੰਦਰ ਔਰ ਮੁਨੀ, ਇੰਦਰ ਦੇਵਤਾ ਰਾਜਾ, ਮੁਨੀ ਉਹਦੇ ਕੋਲ ਮੁਨੀ ਹੈ ਨਾਲ, ਰਿਸ਼ੀ ਨਹੀਂ ਹੈ ਇੱਥੇ ਵੀ। ਅੰਤਰ ਪਾਵਤ ਦੇਵ ਸਭੈ, ਮੁਨੀ ਇੰਦਰ, ਮੁਨੀ ਔਰ ਇੰਦਰ ਜੋਗ ਕਰੀ, ਜੁੜ ਕੇ। ਇੰਦਰ ਮਹਾ ਸਾਰੇ ਮਿਲ ਬੈਠ ਕੇ ਇਕੱਠੇ ਹੋ ਕੇ ਵੀ ਵਿਚਾਰਾਂ ਕਰਦੇ ਰਹੇ, ਫਿਰ ਵੀ ਤੇਰਾ ਅੰਤ ਨਹੀਂ ਪਾ ਸਕਿਆ। ਇੰਦਰ ਮਹਾਸ਼ਿਵ, ਮਹਾਸ਼ਿਵ ਨਾਲ ਹੈ,
जोग करी। महाशिव है जो जोग चो नहीं पा सका जुड़, वो देवते बैठ के इकट्ठे विचारों च नहीं पा सके, नहीं अंत पा सके। ये सारिया गल्लां फेल ने। इन्हां नूं सारे संत मनते ने ठीक ने, ते ब्रह्म ਗਿਆਨਾਂ ਨੂੰ ਕਿਵੇਂ ਹੋ ਜਾਂਦਾ ਭਾਈ। ਪੁਨ ਵੇਦ ਵਿਰੰਚ ਵਿਚਾਰ ਰਹੇ ਹੋ। ਫਿਰ ਵੇਦਾਂ ਦੇ ਵਿੱਚ ਜਿਹੜਾ ਹੈਗਾ ਆਪਣੇ ਬਿਆਸ, ਵੇਦ ਬਿਆਸ, ਉਹ ਵਿਚਾਰਿਆ, ਉਹਨੇ ਵਿਚਾਰਿਆ। ਉਹਨੇ ਕੀ ਕਿਹਾ ਵਿਚਾਰ ਕੇ? ਹਰ ਜਾਪ ਨਾ ਛੱਡੋ ਏਕ ਘੜੀ। ਭਾਈ ਇੱਕ ਘੜੀ ਵੀ ਇਹਨੂੰ ਜਪਣਾ ਬੰਦ ਨਾ ਕਰੋ, ਸਮਝਣਾ ਬੰਦ ਨਾ ਕਰੋ ਵੇਦ ਨੂੰ। ਇਹ ਘੜੀ ਘੜੀ ਸਹਾਈ ਆ, ਜਿੰਨਾ ਚਿਰ ਤੁਸੀਂ ਸਮਝ ਲੈਂਦਾ ਛੱਡੋ ਉਹਨਾਂ ਨੂੰ, ਵਿਸਾਰੋ ਨੂੰ। ਮਥੁਰਾ ਭਟਕਾ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ। ਕਹਿੰਦਾ ਮੇਰੇ ਤੇ ਪ੍ਰਭ ਦੀਨ ਦਿਆਲ ਹੈ, ਮੈਂ ਤਾਂ ਇਹ ਕੰਮ ਕੀਤਾ ਨਹੀਂ ਹੈ। ਉਹ ਦੀਨ ਦਿਆਲ, ਮਥੁਰਾ ਦਾ ਪ੍ਰਭ ਤਾਂ ਦੀਨ ਦਿਆਲ ਹੈ, ਦੀਨਾਂ ਤੇ ਦਇਆ ਕਰਨ ਵਾਲਾ। ਉਹ ਤਾਂ ਬੜੇ ਬੜੇ ਨੇ, ਬੜੇ ਬੜੇ ਮੁਨੀ ਦੇਵਤੇ। ਮਹਾਸ਼ਿਵ ਕਹੂੰਦਾ ਉਹਨੂੰ ਕੁਛ ਨਹੀਂ, ਅਹੰਕਾਰੀ ਟੋਲਾ ਸਾਰਾ ਇਹ। ਇਹਨਾਂ ਨੂੰ ਤਾਂ ਕਦੇ ਮਿਲਿਆ ਹੀ ਨਹੀਂ, ਨਾ ਮਿਲੇ। ਆ ਸਾਰੇ ਸੰਤ ਉਹਨਾਂ ਨੂੰ ਮੰਨਣ ਵਾਲੇ ਨੇ, ਕਿਹੜਾ ਉਹਨਾਂ ਦੇ ਖਿਲਾਫ ਹੈ? ਇਸ ਬਈਏ ਨੂੰ ਕਿਹੜਾ ਮੰਨਦਾ ਇਹਨਾਂ ਚ? ਮਥੁਰਾ ਭੱਟ ਕਹਿੰਦਾ ਹੈ ਬ੍ਰਾਹਮਣ ਸਾਰਸੁਤ, ਉਹਦਾ ਸਵਈਆ ਹੈ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ, ਸੰਗਤ ਸੇ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਹਿ ਤਰੀ। ਰਾਮਦਾਸ ਨੇ ਜੋ ਧਰਤੀ ਤੋਂ ਆਪਣੀ ਬੁੱਧ ਦੂਏ ਨੂੰ ਦੇ ਦਿੱਤੀ। ਇਹ ਦੇ ਕੇ ਦਿਖਾਉਣ ਇਹਨਾਂ ਨੇ ਦਿੱਤੀ ਹੈ। ਇਹਨੂੰ ਆਪਣਾ ਵਰਗਾ ਸ਼ਿਵ ਤੇ ਸ਼ਿਵ ਜੀ ਨਹੀਂ ਬਣਿਆ ਦੂਆ। ਇੱਧਰ ਤਾਂ ਖੈਰ ਬਣਨੇ ਨਹੀਂ ਦਿੰਦਾ ਦੂਏ ਨੂੰ ਆਪਣੇ ਵਰਗਾ। ਮੁਗਲੀ ਨਹੀਂ ਚਾਹੁੰਦੇ, ਚੇਲੇ ਹੀ ਬਣਾ ਕੇ ਰੱਖਦੇ ਨੇ। ਇੱਧਰ ਤਾਂ ਜੇ ਕੋਈ ਬਣਦਾ ਉਹਨੂੰ ਪਛਰਾ ਹੋਰ ਭੇਜ ਕੇ ਉਹਨੂੰ ਆਪਣੇ ਤਪ ਤੋਂ ਘੇਰਦਾ। ਉੱਥੇ ਤਾਂ ਇਹ ਹੈ ਚੱਲਦਾ। ਤੁਸੀਂ ਇੱਕ ਦੂਏ ਸ਼ਰੀਕ ਹੋ। ਇਹ ਤਾਂ ਭਰਿਆ ਪਿਆ ਤੁਹਾਡੇ ਗ੍ਰੰਥਾਂ ਦੇ ਵਿੱਚ। ਧਰਮ ਸੀਗਾ ਹੈ ਉਸ ਵੇਲੇ ਤੇ ਦੁਆਪਰ ਦੇ ਧਰਮ, ਤੁਸੀਂ ਧਰਮ ਮੰਨਦੇ ਹੋ। ਇੱਕੋ ਲਾਈਨ ਚ ਕਹਿਤਾ ਉਹਨੇ ਕਬੀਰ ਨੇ, ਪੰਡਤ ਪਾੜੀ ਬਾਟ, ਇਹ ਸਾਰੇ ਪੰਡਤ ਨੇ। ਬ੍ਰਾਹਮਣ ਸੀ ਪਹਿਲਾਂ, ਬ੍ਰਹਮ ਵਿਚਾਰ ਵਾਲੇ ਜਿਹੜੇ ਵੇਦ ਪੜ੍ਹਦੇ ਤੇ। ਉਹ ਬ੍ਰਾਹਮਣ ਤਾਂ ਉਹੀ ਤਾਂ ਬ੍ਰਾਹਮਣ ਸੀ। ਉਹ ਰਾਵਣ ਵੇਦ ਵਿਚਾਰ ਵਾਲਾ ਬ੍ਰਾਹਮਣ ਸੀ। ਇਹਨਾਂ ਦੇ ਰੜਕਦਾ ਸੀ ਅੱਖ ਚ, ਇਹਨਾਂ ਦੇ ਰੜਕਦਾ ਸੀ ਛਾਤੀ ਚ, ਵੀ ਇਹ ਬ੍ਰਹਮ ਵਿਚਾਰ ਨੂੰ ਖਤਮ ਕਰਕੇ ਦੁਕਾਨਦਾਰੀ ਚਲਾਈਏ, ਆ ਧਰਮ ਚਲਾਏ ਹਿੰਦੂਤਵ। ਰਿਸ਼ੀਆਂ ਮੁਨੀਆਂ ਨੇ ਆਪਸ ਵਿੱਚ ਇੱਕ ਮੰਤਰੀ ਨੇ ਸਾਰੇ। ਖਿਚੜੀ ਧਰਮ ਬਣ ਗਿਆ। ਰਮਾਇਣ ਲਿਖਣ ਲੱਗੇ ਆਪਣੀ ਆਪਣੀ ਲਿਖਤੀ, ਕਿਉਂਕਿ ਕਥਾ ਤਾਂ ਉਹ ਹਰ ਕੀ ਕਥਾ। ਕੋਈ ਰਾਮਚੰਦਰ ਨਾਮ ਦੀ ਤਾਂ ਕਥਾ ਹੈ ਨਹੀਂ। ਉਹ ਦਸ਼ਰਥ ਪੁੰਡ ਇਹ ਤਾਂ ਬਾਅਦ ਚ ਬਣਾ ਲਿਆ ਇਹਨਾਂ ਨੇ। ਉਹ ਤਾਂ ਤੁਲਸੀਦਾਸ ਨੇ ਕੱਢਤਾ ਸਾਰਾ, ਉਹ ਤੇ ਕਢਾ ਲਿਆ। ਇਹ ਤਾਂ ਰਾਮਚੰਦਰ ਤੇ ਕਹਿੰਦੇ 10,000 ਸਾਲ ਪਹਿਲਾਂ ਲਿਖਤੀ ਸੀ ਵਾਲਮੀਕ ਨੇ, ਨਾਲੇ ਇਹ ਕਹਿੰਦੇ ਨੇ। ਫਿਰ ਉਹ ਕਹਿੰਦੇ ਰਾਮ ਦੀ ਕਥਾ ਜਿਹੜੀ ਉਹ ਕਹਿੰਦੇ ਨੇ ਵੀ 10,000 ਸਾਲ ਪਹਿਲਾਂ ਲਿਖਤੀ ਸੀ। ਮੈਂ 5 ਸਾਲ ਦਾ ਸੀ ਜਦੋਂ ਸੁਣਦਾ ਉਹਨਾਂ ਇਹ ਗੱਲ। 4 ਸਾਲ ਦਾ। ਸਾਡੇ ਪੰਡਤ ਚੰਦਰਾਮ ਸੀ, ਬਹੁਤ ਵਿਦਵਾਨ ਸੀ। ਖੁਦ ਮੰਨਦੇ ਨੇ ਸਾਰੇ ਸੰਤ ਪੁਰਾਣੇ, ਮੰਨਦੇ ਨੇ ਵੀ ਉਹ ਕਥਾ 10,000 ਸਾਲ ਪਹਿਲਾਂ ਦੀ ਲਿਖੀ ਹੋਈ ਹੈ। ਰਾਮਚੰਦਰ ਤੋਂ ਜਨਮ ਤੋਂ, ਰਾਮਚੰਦਰ ਦੇ ਤੋਂ। ਫਿਰ ਉਹ ਕਿਹੜੇ ਰਾਮ ਦੀ ਕਥਾ? ਪਰਸ਼ੁਰਾਮ ਤੋਂ ਪਹਿਲਾਂ ਪੈਦਾ ਹੋਇਆ। ਰਾਮ ਦਾ ਸ਼ਬਦ ਪਹਿਲਾਂ ਹੀ ਚੱਲਦਾ। ਇਹ ਤਾਂ ਬਹੁਤ, ਜਿਵੇਂ ਸਾਡੇ ਮਿਸ਼ਨਰੀ ਵਾਲਿਆਂ ਨੇ ਆ ਕੀਤਾ ਨਾ ਰਲ ਕੇ, ਇੰਨੇ ਜੋਗੇ ਹੀ ਨੇ ਧਰਮ ਵਿਗਾੜਨ ਵਾਲੇ ਸੰਤ। ਜ਼ਿਆਦਾ ਬੁੱਧੀ ਨਹੀਂ ਇਹਨਾਂ ਕੋਲ। ਵਿਗਾੜਨ ਵਾਲੇ ਨਾਲੇ ਆਏ ਆ ਨਾ। ਇੱਕ ਆਦਮੀ ਨੇ ਕੋਈ ਚੀਜ਼ ਬਣਾਈ ਹੈ, ਤੋੜਨ ਵਾਲੇ ਨੂੰ ਕਿੰਨੀ ਕੁ ਨੌਲੇਜ ਚਾਹੀਦੀ ਹੈ? ਵੀ ਖਰਾਬ ਕਰਨ ਨੂੰ ਤਾਂ ਜ਼ਿਆਦਾ ਨੌਲੇਜ ਨਹੀਂ ਚਾਹੀਦੀ।
ਨਾਲੇ ਤਾਂ ਸੰਭਾਲਣ ਵਾਲੇ ਕੋਲ ਹੋਣੀ ਚਾਹੀਦੀ ਹੈ। ਇਹ ਤਾਂ ਵਿਗਾੜਨ ਵਾਲੇ ਨੇ ਹਰ ਚੀਜ਼ ਨੂੰ, ਇਹਨਾਂ ਨੂੰ ਨੌਲੇਜ ਦੀ ਕੀ ਲੋੜ ਹੈ? ਅਕਲ ਤਾਂ ਪੈਦਾ ਨਹੀਂ ਹੋਣ ਦੇਣੀ ਇਹਨਾਂ ਨੇ। ਇਹ ਤਾਂ ਢਾਉਣ ਵਾਲੇ ਨੇ, ਬਣਾਉਣ ਵਾਲੇ ਨਹੀਂ ਹੈਗੇ। ਹੱਥ ਬਣਾਉਂਦੇ ਨੇ, ਢਾਹ ਤਾਂ ਪੈਰਾਂ ਨੂੰ ਵੀ ਦੇ ਦੀ ਇਹ ਚੀਜ਼। ਨਿਆਣੇ ਕਹਿੰਦੇ ਹੱਥਾਂ ਨਾਲ ਬਣਾਈ ਸੀ, ਪੈਰਾਂ ਨਾਲ ਢਾਈ ਸੀ। ਅਸੀਂ ਢਾਉਂਦੇ ਹੁੰਦੇ ਤੇ ਜਾਨੀ ਦੇ ਸਾਨੂੰ ਮਤਲਬ ਪਤਾ ਇਹਦਾ ਵੀ ਹੱਥਾਂ ਨਾਲ ਬਣਾਈ ਸੀ, ਪੈਰਾਂ ਨਾਲ ਢਾਈ ਦਾ ਮਤਲਬ ਕੀ ਹੈ। ਸੰਤਾਂ ਦੀ ਬੋਲੀ ਹੈ ਇਹ। ਕਹਿੰਦੇ ਬਣਦੀ ਤਾਂ ਹੱਥਾਂ ਨਾਲ, ਦੋਹਾਂ ਨਾਲ। ਭਗਤੀ ਕਮਾਈ ਮਨ ਚਿੱਤ ਇਕੱਠੇ ਹੋਏ ਬਿਨਾਂ ਬਣਦੀ ਨਹੀਂ। ਤੇ ਢਾਹ ਤਾਂ ਪੈਰਾਂ ਨਾਲ ਵੀ ਦੋ ਚਾਹੇ। ਢਾਉਣ ਦਾ ਕੀ ਹੈ? ਉਹ ਬੇਇੱਜ਼ਤੀ ਕਰਾਉਣ ਦਾ ਕੀ ਹੈ? ਇੱਜ਼ਤ ਬਣਾਉਣੀ ਜਿਹੜੀ ਔਖੀ ਹੈ ਉਹ ਹੱਥਾਂ ਨਾਲ ਬਣਦੀ ਹੈ। ਬੇਇੱਜ਼ਤੀ ਤਾਂ ਪੈਰਾਂ ਨਾਲ ਵੀ ਬਣ ਜਾਂਦੀ ਹੈ। ਉਹ ਕਿਵੇਂ ਬਣਦੀ ਹੈ? ਭਗਤੀ ਪੈਰਾਂ ਨਾਲ ਨਸ਼ਟ ਹੋ ਜੂ, ਹੱਥਾਂ ਨਾਲ ਬਣਦੀ ਹੈ। ਵਿਸ਼ਨੂੰ ਦੇ ਭਿਰਗੂ ਨੇ ਲੱਤ ਮਾਰਤੀ ਸੀ। ਵਿਸ਼ਨੂੰ ਕਹਿੰਦਾ ਰਿਸ਼ੀ ਜੀ, ਕਹਿੰਦਾ ਕਹਿੰਦੇ ਸੱਟ ਤਾਂ ਨਹੀਂ ਲੱਗੀ ਤੁਹਾਡੇ ਪੈਰ ਨੂੰ? ਭਿਰਗੂ ਨੇ ਨੀਵੀਂ ਪਾ ਲਈ। ਕਹਿੰਦਾ ਮੈਂ ਤਾਂ ਇਹ ਦੇਖਿਆ ਸੀ, ਸਲਾਹ ਕਰਕੇ ਆ ਗਈ। ਕਹਿੰਦਾ ਵੀ ਵਿਸ਼ਨੂੰ ਗੁੱਸਾ ਨਹੀਂ ਕਰਦਾ, ਸੌਮਿ ਸੁਭਾਅ ਹੈ। ਲੈ ਕਰਦਾ ਕਿਵੇਂ ਨਹੀਂ? ਭਿਰਗੂ ਕਹਿੰਦਾ ਗੁੱਸਾ ਨਹੀਂ ਕਰਦਾ। ਉਹ ਬਾਹਰ ਜਦੋਂ ਜਿਹਦੀ ਹੋ ਗਿਆ ਕਿਤੇ, ਕਹਿੰਦੇ ਲੈ ਵੀ ਤੂੰ ਗੁੱਸਾ ਲਿਆ ਕੇ ਦਿਖਾ ਉਹਨੂੰ। ਭਿਰਗੂ ਕਹਿੰਦਾ ਮੈਂ ਲਿਆ ਕੇ ਦਿਖਾਊਂਗਾ। ਇੰਨੀ ਕੁ ਬੁੱਧੀ ਵਾਲੀ ਤੇ ਰਿਸ਼ੀ ਮੁਨੀ ਜਿਹਨਾਂ ਦੀਆਂ ਗੱਲਾਂ ਕਰਦੇ ਨੇ ਜਿਵੇਂ ਤੁਸੀਂ ਬਹਿਸ ਪੈਂਦੇ ਹੋ ਸੱਚੀ। ਮੈਂ ਕਹਿੰਦਾ ਬੇਅਕਲ ਨੇ, ਐ ਬੇਅਕਲ ਤੇ ਉਹ ਤੁਸੀਂ ਤਾਂ ਅਕਲ ਵਾਲੇ ਹੋ ਜਾਓਗੇ। ਉਹ ਹੋਈ ਉਹਨਾਂ ਨੂੰ ਕਰਨ ਵਾਲਾ ਨਹੀਂ ਕੋਈ ਅਕਲ ਵਾਲਾ। ਆ ਜਿਹੜਾ ਕਰਨ ਵਾਲਾ ਤਾਂ ਉਹਦੇ ਖਿਲਾਫ ਤੇ ਰਾਵਣ ਨਹੀਂ ਮਰਵਾਇਆ ਉਹਨਾਂ ਨੇ। ਰਾਵਣ ਕਰਨ ਵਾਲਾ ਤਾਂ ਉਹ ਖਿਲਾਫ ਵਾਲੇ ਤੇ ਸਾਰੇ। ਜਾਂ ਖਿਲਾਫ ਵਾਲਿਆਂ ਦਾ ਜ਼ੋਰ ਪੈਂਦਾ ਨਾ, ਇਹ ਖਿਲਾਫ ਵਾਲਿਆਂ ਦਾ ਜ਼ੋਰ ਰਾਮ ਚੰਦਰ ਨਾਲ ਪਵਾਇਆ ਹੋਇਆ। ਉਹਨੂੰ ਕਹ ਤੈਨੂੰ ਅਵਤਾਰ ਬਣਾ ਦਿੰਦੇ ਆ। ਰਾਜੇ ਨੂੰ ਚੱਲਣਾ ਪੈਂਦਾ ਤਾਂ ਅੰਡਰ ਉਹਨਾਂ ਦੇ ਬ੍ਰਹਮ ਗਿਆਨੀਆਂ ਦੇ। ਰਾਜੇ ਜਦ ਆਜ਼ਾਦ ਹੋਏ ਨੇ ਨਾ, ਇਹਨਾਂ ਤੋਂ ਖੜੇ ਛੜੇ ਹੀ ਆਪਣੀ ਮਰਜ਼ੀ ਕਰਾਂਗੇ, ਉਦੋਂ ਰਾਮਚੰਦਰ ਹੈ ਉਹਦੇ ਚ। ਉਹ ਸਾਰੇ ਰਾਜੇ ਜਿਹੜੇ ਸੀ ਦੂਏ ਬਾਗੀ ਹੋਏ ਗਏ, ਇਕੱਠੇ ਹੋ ਗਏ। ਉਹ ਰਾਵਣ ਰਹੇਗਾ ਤਾਂ ਰਾਵਣ ਵੀ ਮਾਰਤਾ। ਇਹਨਾਂ ਨੇ ਪਰਮੇਸ਼ਰ ਤੋਂ ਖਿਲਾਫ ਬਗਾਵਤ ਕਰਕੇ ਅੱਡ ਹੋਏ ਨੇ ਰਾਜੇ। ਇਹ ਡੁਪਲੀਕੇਟ ਜਿਹੜੇ ਸੰਤ ਨੇ, ਇਹਨਾਂ ਨੇ ਇਹਨਾਂ ਰਲ ਗਏ ਪ੍ਰਚਾਰ। ਇਹਨਾਂ ਨੂੰ ਰਾਵਣ ਸਰਦਾ ਤਾਂ ਜੇਲ੍ਹ ਚ। ਇਹ ਜਿੱਦਾਂ ਹੀ ਚੱਲਿਆ ਹੋਇਆ ਕੋੜਮ ਰਾਮਚੰਦਰ ਵੇਲੇ ਦਾ ਹੀ। ਉਹ ਤੇ ਪਹਿਲਾਂ ਜਿਹੜਾ ਜ਼ਮਾਨਾ ਹੈ 10 ਗ੍ਰੰਥ ਵਿੱਚ, ਉਦੋਂ ਰਾਜਾ ਸੀ ਧਰਮੀ ਸੀ। ਉਹਦੇ ਪਿੱਛੋਂ ਚਲੇ ਆਉਂਦੇ ਤੇ ਅਵਤਾਰਾਂ ਦੇ ਬਣਾਏ ਹੋਏ ਰਾਜ। ਜਿਵੇਂ ਜਿਹੜੇ 24 ਅਵਤਾਰਾਂ ਦੇ ਵਿੱਚ ਜਿਹੜੇ 2 ਅਵਤਾਰ ਹੋਏ ਨੇ, ਪਾਰਸਨਾ ਥੋੜੀ, ਉਹਨਾਂ ਦਾ ਬਣਾਇਆ ਹੋਇਆ ਕਿ ਇੱਥੇ ਤੇ ਹੈ। ਉਹ ਸ਼ਿਵਨਾਥ ਤੇ ਸ਼ਿਵ ਜੀ ਵਾਲਾ ਰਾਜ ਸੀ। ਉੱਥੇ ਸ਼ਿਵ ਥੱਲੇ ਕਰਤਾ, ਰਾਮ ਉੱਤੇ ਕਰਤਾ। ਅਜੋ ਸ਼ਿਵ ਵਾਲਿਆਂ ਨੇ ਹਾਰ ਮੰਨੀ ਨਹੀਂ ਹੋਈ ਇਹਨਾਂ ਤੇ। ਉਹ ਸ਼ਿਵ ਵਾਲੇ ਨੇ ਸਾਰੇ ਉੱਪਰ। ਉਹ ਰਾਜੇ ਨੂੰ ਦਬਾ ਦੇ ਕੇ ਰੱਖ ਦਿੱਤੇ, ਤੇ ਰਾਜ ਠੀਕ ਕਰ। ਦੁਨੀਆ ਉਹਨਾਂ ਕੋਲ ਫਰਿਆਦ ਕਰਦੀ ਸੀ ਜਾ ਕੇ, ਉਹ ਘੂਰ ਕੇ ਰੱਖ ਦਿੱਤੇ ਰਾਜੇ ਨੂੰ। ਰਾਜੇ ਚੇਲੇ ਦਿਖਾਏ ਨੇ ਦੇ ਸ਼ਿਵ ਜੀ ਦੇ, ਜਿਹੜਾ ਕਹਿੰਦਾ ਆਪਣਾ ਮੁੰਡਾ ਦੇ ਮੈਨੂੰ ਮੇਰੇ ਸ਼ਹਿਰ ਨੂੰ। ਭੋਜ ਰਾਜੇ ਦੀ ਕਹਾਣੀ ਦੀ ਚੇਲੇ ਤੇ ਇਹਨਾਂ ਤੇ ਪਰਖਦੇ ਤੇ ਜਾ ਕੇ ਇਹਨਾਂ ਨੂੰ, ਰਾਜਿਆਂ ਨੂੰ, ਕਿੰਨੇ ਤੁਸੀਂ ਤਿਆਗੀ ਹੋ। ਇਹ ਵੀ ਸਾਖੀਆਂ ਹੈਗੀਆਂ ਨੇ, ਤੁਸੀਂ ਤਾਂ ਗੱਲਾਂ ਸੁਣੀਆਂ ਨਹੀਂ ਹੈ। ਮੈਨੂੰ ਪਤਾ ਹੈ ਉਹਨਾਂ ਗੱਲਾਂ ਦਾ, ਮੈਂ ਸੁਣੀਆਂ ਹੋਈਆਂ। ਉਹ ਕਿਹਾ ਜਿਹਾ ਜ਼ਮਾਨਾ ਸੀ। ਫਿਰ ਰਾਵਣ ਦੇ ਰਾਜ ਨੂੰ, ਰਾਵਣ ਜੁੜਿਆ ਹੋਇਆ ਇਹਦੇ ਨਾਲ ਸ਼ਿਵ ਜੀ ਨਾਲ। ਇਹਨਾਂ ਨੇ ਕਿਹਾ ਵੀ ਇਹ ਰਾਵਣ ਵਾਲਾ ਰਾਜ ਜਿਹੜਾ ਗਿਆਨ ਬਣਨ ਵਾਲਾ, ਇਹ ਸਾਨੂੰ ਵਧਣ ਨਹੀਂ ਦਿੰਦਾ ਗਾਹਾਂ। ਉਹਦੇ ਇਲਾਕੇ ਚ ਜਾਂਦੇ ਤਾਂ ਰਿਸ਼ੀ ਮੁਨੀ ਲੋਕਾਂ ਨੂੰ ਪਾਲਣ ਵਾਸਤੇ ਸਿਖਾਉਣ। ਜਿਵੇਂ ਆਪਣੇ ਕੋਈ ਬੁੱਧ ਮਤ ਦੂਆ ਮਤ ਫੈਲਾਉਂਦਾ, ਈਸਾਈ ਫੈਲਾਉਂਦੇ ਤੇ
ਭੜਕਦੇ ਤੇ ਉਹੀ ਗੱਲ ਸੀ। ਹੁਣ ਉਹ ਵੀ ਮੈਂ ਸ਼ੁਰੂ ਕਰ ਦੇਣੀ ਇਹ ਗੱਲ ਵੀ ਤੁਸੀਂ ਰਾਵਣ ਦੇ ਭੜਕਾਉਂਦੇ ਤੇ ਜਾ ਕੇ ਜਦ ਜੱਗ ਕਰਦੇ ਤੇ ਹੁਣ ਕਰੋ ਜੱਗ। ਅੱਜ ਹੁਣ ਵਰਗਿਆਨ ਕਰਦੇ ਆ। ਇਹ ਜੱਦਾ ਖਤਮ ਕੀਤਾ ਹੋਇਆ ਤੁਹਾਡਾ ਰਾਮਚੰਦਰ ਵੇਲੇ ਦਾ। ਲਵ ਕੁਸ਼ ਨੇ ਫਿਰ ਰਾਮਚੰਦਰ ਨੂੰ ਨਹੀਂ ਜਿੱਤੇ। ਵਿਚਾਲੇ ਫੇਰ ਇਹ ਆਇਆ ਦੁਆਪਰ ਦੇ ਟਾਈਮ। ਇਹ ਤਾਂ ਉੱਤੇ ਥੱਲੇ ਹੁੰਦਾ ਹੀ ਰਹਿੰਦਾ। ਫਿਰ ਗੀਤਾ ਦਾ ਗਿਆਨ ਨਹੀਂ ਆਇਆ ਹੋਇਆ। ਅੱਧੇ ਹੀ ਉੱਤੇ ਆਏ ਨੇ ਉਦੋਂ। ਗੀਤਾ ਦੇ ਬਾਅਦ ਭਗਤ ਆ ਗਏ। ਕ੍ਰਿਸ਼ਨ ਦੇ ਬਾਅਦ ਜਿਹੜੇ ਮਗਰ ਵਾਲੇ ਤੇ ਉਹ ਇਹਨਾਂ ਨੇ ਹਰਾਇਆ ਕਾਸ਼ੀ ਵਾਲੇ ਨੇ। ਕਾਸ਼ੀ ਵਾਲੇ ਮਗਰ ਵਾਲਿਆਂ ਦੇ ਖਿਲਾਫ ਨੇ। ਆਪਾਂ ਮਗਰ ਵਾਲਿਆਂ ਚਾਹੇ ਕਾਸ਼ੀ ਤੇ ਆਪਾਂ ਖਿਲਾਫ। ਕਾਸ਼ੀ ਵਾਲਿਆਂ ਨੇ ਅੰਮ੍ਰਿਤਸਰ ਆਪਣਾ ਗੱਠ ਲਿਆ ਸੀ ਨਾਲ। ਅੰਮ੍ਰਿਤਸਰ ਵੀ ਸੋਹਣਾ। ਅੰਮ੍ਰਿਤਸਰ ਦਾ ਸਰੋਵਰ ਵੀ ਨਹੀਂ ਮੈਂ ਦਲ ਤੇ ਉੱਚਾ ਬਾਚ ਕੀਤਾ ਇਹਨਾਂ ਨੇ। ਇਹਨਾਂ ਨੇ ਸ਼ਕਲ ਉਹ ਬਣਾਤੀ ਇਹਦੀ ਇਸ ਵਕਤ ਉੱਚਾ ਕਰਕੇ ਅੜਦਲ ਤੇ ਜਿਵੇਂ ਉਹ ਹੈ ਅਚਲ ਦਾ ਸਰੋਵਰ ਹੈ ਨਾ। ਬੁੱਧਰ ਸਰੋਵਰ ਦੇ ਵਿੱਚ ਹੈ ਬਿਲਕੁਲ। ਹਰਮੰਦਰ ਸਾਹਿਬ ਦੀ ਨਕਲ ਹੈ ਉਹ ਜਿੱਥੇ ਜੋਗੀ ਤੇ ਉਹਦਾ ਬ੍ਰਹਮ ਬੂਟੇ ਵਾਲਾ ਹੈ। ਉਹਨੇ ਫਿਰ ਉਹ ਨਕਸ਼ਾ ਬਣਾਤਾ ਅੜਦਲ ਉੱਚਾ ਕਰਵਾਤਾ। ਉਹ ਵੀ ਨੀਵਾਂ ਥਾਂ ਦਾ ਥਾਂ ਢਾਬ ਸੀ। ਚਾਰੇ ਪਾਸੇ ਦਾ ਪਾਣੀ ਜਿੱਥੇ ਖੜਦਾ ਉਹ ਵੀ ਨੀਵਾਂ ਥਾਂ ਹੁੰਦਾ। ਉੱਥੇ ਜੇ ਸ਼ਹਿਰ ਬਣੂ ਉੱਚਾ ਕਰਨਾ ਪਊ ਪਹਿਲਾਂ ਪਾਣੀ ਰੋਕਣ ਵਾਸਤੇ। ਪਰੇ ਨੂੰ ਉਰੇ ਬਣਨਾ ਪਾਣੀ ਪਰੇ ਨੂੰ ਸ਼ਹਿਰ ਉੱਚਾ ਹੋ ਗਿਆ। ਪਹਿਲੀ ਜ਼ਮੀਨ ਚੋਰੀ ਵੀ ਹੋ ਗਈ। ਉਹ ਧਰਤੀ ਤੋਂ ਨਹੀਂ ਬਣਾਇਆ ਹੋਇਆ ਮੈਂ ਦੇਖਿਆ ਜਦ ਮੰਦਰ। ਉਹ ਵੀ ਐਵੇਂ ਤੁਰ ਕੇ ਅੰਦਰ ਫੋਟੋ ਉੱਥੇ ਮੂਰਤੀਆਂ ਮਾਰਤੀਆਂ ਹੋਣੀਆਂ। ਮੰਦਰ ਤਾਂ ਗਿਆ ਨਹੀਂ। ਉਹ ਸ਼ਿਵ ਜੀ ਜਿਹੜਾ ਸ੍ਰੀ ਚੰਦ ਨੇ ਉਹਦਾ ਨਕਸ਼ਾ ਬਣਾਤਾ ਅਚਲ ਵਾਲੇ ਦਾ। ਅਚਲ ਵਾਲੇ ਦਾ ਚੇਲਾ ਸੀ ਇਹ। ਅਚਲ ਵਾਲੇ ਨੇ ਕੰਨ ਵੜਵਾਏ ਸੀ ਇਹਨੇ ਸ੍ਰੀ ਚੰਦ ਨੇ। ਹੁਣ ਸ੍ਰੀ ਚੰਦ ਵਾਲੇ ਤਾਂ ਆਪਣੇ ਉਧਰ ਨੂੰ ਲੈ ਕੇ ਜਾਣਗੇ। ਤਾਂ ਕਰਕੇ ਕਿ ਨੀਲੀ ਲੀਰ ਵੀ ਨਹੀਂ ਬਣ ਦਿੰਦੇ ਉੱਥੇ। ਉਹ ਨਹੀਂ ਬਣ ਦਿੰਦੇ ਇਹ ਬੀੜੇ। ਸ੍ਰੀ ਚੰਦ ਵਾਲੇ ਨੂੰ ਤਾਂ ਨੀਲੇ ਦਾ ਕੋਈ ਰੌਲਾ ਨਹੀਂ ਸੀ। ਉਹ ਤਾਂ ਅੱਧੇ ਮੁਸਲਮਾਨ ਸੀ। ਇਹ ਦੂਏ ਬੀੜੇ ਸੀ ਜਿਹੜੇ ਇਹ ਪਿਓਰ ਬ੍ਰਾਹਮਣ ਨੂੰ ਗਏ ਨੇ ਕਾਸ਼ੀ ਵਾਲਿਆਂ ਨੂੰ। ਪਿਓਰ ਕਾਸ਼ੀ ਤੋਂ ਆਏ ਨੇ ਪੜ੍ਹ ਕੇ। ਇਹ ਸੀਗੇ ਨਿਰਮਲਿਆਂ ਚੋਂ। ਉਹਨੇ ਜੋਗੀਆਂ ਚੋਂ ਉਦਾਸੀਆਂ ਚੋਂ ਜਟਾਣਿਆਂ ਚੋਂ। ਇਹ ਰਿਸ਼ੀਆਂ ਚੋਂ ਨੇ ਮੁਨੀਆਂ ਚੋਂ ਨੇ। ਰਿਸ਼ੀਆਂ ਚੋਂ ਆਏ ਨੇ ਨਿਰਮਲੇ। ਇਹ ਪੰਡਿਤ ਬਣ ਗਏ ਗਿਆਨ ਦੇ ਜਰੀਏ। ਇਹ ਗ੍ਰੰਥਾਂ ਨੂੰ ਗਿਆਨ ਘਟੀਆ ਗਿਆਨ ਬਣਾ ਦੇਣਾ ਇਹਨਾਂ ਦਾ ਕੰਮ ਰਿਹਾ। ਘਟੀਆ ਗਿਆਨ ਬਣਾ ਕੇ ਇਹਨਾਂ ਨੇ ਉਹ ਆਪਣਾ ਧਰਮ ਬਦਲਿਆ। 14 ਰਾਜੇ ਇਹਨਾਂ ਨੇ ਅਵਤਾਰ ਬਣਾਤੇ। ਜਿਹੜੇ 10 ਕੁੱਲ ਅਵਤਾਰ ਹੈ ਗੁਰਬਾਣੀ ਬੰਦੀ 14 ਇਹਨਾਂ ਨੇ ਆਪਣੇ ਬਣਾਤੇ ਡੁਪਲੀਕੇਟ ਨਾਲ। ਜਿਨ੍ਹਾਂ ਦਾ ਇਹ ਪਾਠ ਨਹੀਂ ਹੈ ਬ੍ਰਹਮ ਗਿਆਨ ਨੂੰ ਉੱਤੇ ਲਿਆਉਣ ਦਾ ਕੋਈ ਉਹਨਾਂ ਦਾ ਮਤਲਬ ਨਹੀਂ। ਬ੍ਰਹਮ ਗਿਆਨ ਨੂੰ ਉੱਤੇ ਲਿਆਉਣ ਦਾ ਜਿਨ੍ਹਾਂ ਦਾ ਮਤਲਬ ਸੀ ਇਹ ਲੜਾਈ ਲੜੀ ਹੈ ਉਹਨਾਂ ਨੇ ਅਵਤਾਰ ਮੰਨੇ ਪਿੱਛੇ 10 ਬਸ 10 ਅਵਤਾਰ। ਹੁਣ ਪ੍ਰਭ ਕੇ ਸਿਮਰਨ ਦੇ ਨਾਲ ਕੀ ਹੋਊਗਾ। ਪਹਿਲੇ ਕੀ ਗੱਲ ਹੁੰਦੀ ਹੈ। ਪਹਿਲਾਂ ਤਾਂ ਆਪਾਂ ਉਹ ਦੇਖੀਏ ਵੀ ਜਿਹੜਾ ਹੈ ਨਾ ਵੀ ਸ੍ਰੇਸ਼ਟ ਸ਼ਬਦ ਸ੍ਰੀ ਗੁਰਦੇਵ ਨੂੰ। ਸ੍ਰੀ ਗੁਰਦੇਵ ਨੂੰ ਮੈਂ ਤਾਂ ਆਇਆ ਸੀ। ਗੁਰਦੇਵ ਹੁੰਦਾ ਮਾਇਆ ਚ। ਸਰੀਰ ਦੇ ਰਹਿੰਦੇ ਵੀ ਗੁਰਦੇਵ ਹੈ। ਸਤਿਗੁਰ ਵੀ ਹੈ। ਗੁਰਦੇਵ ਸ੍ਰੀ ਗੁਰਦੇਵ ਸਤਿਗੁਰ ਦੇ ਬਰਾਬਰ ਦੀ ਉਹ ਗੱਲ ਆ ਗਈ। ਜਿੰਨੇ ਗੁਰਦੇਵ ਨੇ ਉਹਨਾਂ ਚੋਂ ਸ੍ਰੇਸ਼ਟ ਹੈ। ਹੁਣ ਪਵਿੱਤਰ 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 ਬਸ ਇਹ ਸ੍ਰੀ ਗੁਰਦੇਵ ਹੈ। ਰਜੋ ਤਮੋ ਸਤੋ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਗਿਆ। ਇਹ ਪੁੰਨ ਪਾਪ ਬੀਜਦਾ ਹੀ ਨਹੀਂ। ਪੁੰਨ ਪਾਪ ਦੀ ਖੇਤੀ ਉਹ ਨਹੀਂ ਕਰਦਾ।
क्यों ਜਿਹੜੇ ਪੁੰਨ ਪਾਪ ਬੀਜਦੇ ਨੇ ਇਹਨੂੰ ਪਤਾ ਲੱਗ ਗਿਆ ਤੇ ਸਭ ਧਰਮ ਰਾਏ ਕੇ ਜਾਏ ਉਹਨੂੰ ਦੂਆ ਜਨ ਮਿਲਦਾ ਹੀ ਮਿਲਦਾ। ਧਰਮ ਰਾਜ ਦੇ ਪੇਸ਼ੀ ਹੁੰਦੀ ਹੈ ਉਹਨਾਂ ਦੀ, ਕਾਗਜ਼ ਨਹੀਂ ਪਾਟੇ ਉਹਨਾਂ ਦੇ, ਉਹਨਾਂ ਦੀ ਫਾਈਲ ਚੱਲਦੀ ਹੁੰਦੀ ਹੈ। ਹੁਣ ਇੱਥੇ ਜਾਂ ਕਾਗਜ਼ ਪਾਟਣ ਵਾਸਤੇ ਪੁੰਨ ਲੇਖਾ ਕਾਹਦਾ, ਪੁੰਨ ਪਾਪ ਲੈਣ ਦੇਣ ਇਹੀ ਲੇਖਾ ਹੁੰਦਾ। ਜਾਂ ਲੈਣ ਦੇਣ ਹੀ ਨਹੀਂ ਰਿਹਾ, ਜੇ ਮੇਰਾ ਮੁੰਝ ਮੈਂ ਕੁਛ ਨਹੀਂ, ਪੁੰਨ ਕਿਹਨੂੰ ਕੀਤਾ ਬਈ, ਪਾਪ ਕਿਹਨੂੰ ਕੀਤਾ। ਜੇ ਮੇਰਾ ਕੁਛ ਹੈ ਤਾਂ ਹੀ ਮੈਂ ਦਾਨ ਕਰੂੰ, ਜੇ ਮੇਰਾ ਕੁਝ ਨਹੀਂ ਮੈਂ ਦਾਨ ਕੀ ਕਰੂੰਗਾ। ਕਹਿੰਦਾ ਮੈਂ ਤਾਂ ਆਪ ਮੰਗਤਾ, ਸਰੀਰ ਮੇਰਾ ਨਹੀਂ, ਸਰੀਰ ਮੈਂ ਮੰਗ ਕੇ ਲਿਆ ਹੋਇਆ, ਇਹਦੀ ਖੁਰਾਕ ਮੇਰੇ ਕੋਲ ਨਹੀਂ, ਇਹ ਮੰਗ ਕੇ ਲਈ ਹੋਈ ਹੈ। ਸਰੀਰ ਐਵੇਂ ਚੱਲਦਾ, ਖਾਣਾ ਪੀਣਾ ਸਾਰਾ ਕੁਝ ਇਹਦਾ, ਸਰੀਰ ਹੈ ਮੰਗਵਾ ਮੇਰੇ ਕੋਲ, ਖੁਰਾਕ ਉਹ ਆਪ ਦਿੰਦਾ, ਮੈਂ ਚੱਕ ਕੇ ਹੀ ਖਾ ਲੈਣੀ ਹੈ। ਪੈਦਾ ਤਾਂ ਉਹੀ ਕਰਦਾ, ਸੂਰਜ ਤਾਂ ਜੇ ਨਾ ਹੋਵੇ ਪੈਦਾ ਹੁੰਦਾ ਕੁਛ, ਮੀਂਹ ਪੈਣਾ, ਸੂਰਜ ਧੁੱਪ ਨਿਕਲਣੀ, ਮੌਸਮ ਬਦਲਨੇ, ਇਹ ਤਾਂ ਸਾਰਾ ਆਪਣੇ ਪਾਸ ਦੀ ਗੱਲ ਹੈ ਨਹੀਂ, ਇਹਦੇ ਬਿਨਾਂ ਕੁਛ ਪੈਦਾ ਹੀ ਨਹੀਂ ਹੁੰਦਾ। ਉਹ ਮੈਂ ਮੰਗਤਾ, ਮੈਂ ਦਾਤਾ ਕਿਵੇਂ ਬਣ ਜੂਗਾ। ਜੇ ਮੇਰੇ ਅੰਦਰ ਇਹ ਭਾਵਨਾ ਪੈਦਾ ਹੋ ਗਈ ਦਾਨ ਦੀ, ਤਾਂ ਇਹਦਾ ਮਤਲਬ ਤਾਂ ਪਰਕੀ ਕੋ ਆਪਣੀ ਕਹਿ, ਮੈਂ ਦੂਈ ਚੀਜ਼ ਨੂੰ ਆਪਣੇ ਨੂੰ ਮੰਨਦਾ। ਇੱਥੇ ਤਾਂ ਫਿਰ ਅਮਾਨਤ ਵਿੱਚ ਖਿਆਨਤ ਹੈ, ਇਹ ਤਾਂ ਬੇਈਮਾਨੀ ਹੈ। ਇਹੀ ਗੱਲ ਨਹੀਂ ਸੱਚਖੰਡ ਵਾਲੇ ਨੂੰ ਕਹਿੰਦੇ ਵੀ ਦੇਖ ਤੈਨੂੰ ਕੀ ਲੋੜ ਸੀ ਦਾਦਾ ਬਣਦੀ ਬਈ, ਹੰਕਾਰ ਹੈ ਇਹਦਾ ਮਤਲਬ, ਸਾਡੀ ਬਰਾਬਰੀ ਕਰਨੀ ਚਾਹੁੰਦਾ, ਆਪਣੇ ਆਪ ਨੂੰ ਸਰਗੁਣ ਸਮਝਦਾ, ਸਾਨੂੰ ਨਿਰਗੁਣ ਸਮਝਦਾ। ਇੱਥੇ ਤੱਕ ਤਾਂ ਗੱਲ ਹੋ ਗਈ, ਸਰਗੁਣ ਅਸੀਂ ਆ, ਨਿਰਗੁਣ ਉਹ ਹੈ। ਜਦ ਕਿ ਨਿਰਗੁਣ ਆਪ ਹੈ, ਸਰਗੁਣ ਉਹ ਹੈ। ਇੱਥੇ ਤੱਕ ਤਾਂ ਉਲਟੀ ਪੜ੍ਹਾਈ ਪੜ੍ਹਾਤੀ ਇਹਨਾਂ ਨੇ, ਤਾਂ ਹੀ ਫਿਰ ਪਰਮੇਸ਼ਰ ਇੱਥੇ ਆਊਗਾ ਧਰਤੀ ਤੇ ਬਣਾਉਣ ਕੇ ਆਦਮੀ ਨੂੰ। ਜੇ ਕਨਸੈਪਟ ਖਤਮ ਕਰਤਾ ਇਹਨਾਂ ਨੇ ਕਿਉਂ ਕਰਦਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਨ ਬਣਾ ਲੈ, ਬਸ ਸਾਡੇ ਕੋਲ ਪਾਵਰ ਹੈ, ਅਸੀਂ ਜੋ ਮਰਜ਼ੀ ਕਰਦੇ ਹਾਂ। ਇੱਕ ਆਦਮੀ ਪੈਦਾ ਕਰਦਾ, ਪਾਲਣਾ ਕਰਦਾ, ਇਹ ਖਤਮ ਕਰਦਾ। ਲਾ ਇੱਕ ਆਦਮੀ ਤਿੰਨ ਕੰਮ ਨਹੀਂ ਕਰਦਾ, ਸ਼ਿਵ ਜੀ ਨੇ ਨਿਆਣੇ ਪਾਲੇ ਨਹੀਂ, ਪਾਲੇ ਵੀ ਨੇ। ਕੌਣ ਹੈ ਜਿਹੜਾ ਤਿੰਨੇ ਕੰਮ ਨਹੀਂ ਕਰਦਾ, ਪਾਲੇ ਵੀ ਨੇ, ਜੰਮੇ ਵੀ ਨੇ, ਪੈਦਾ ਵੀ ਕੀਤੇ ਨੇ, ਪਾਲੇ ਵੀ ਨੇ। ਖੇਤੀ ਅਸੀਂ ਪਾਲਦੇ ਵੀ ਹਾਂ, ਵੜਦੇ ਵੀ ਹਾਂ ਆਪੇ ਆ, ਬੀਜਦੇ ਵੀ ਆਪੇ ਆ, ਤਿੰਨੇ ਗੁਣ ਨੇ ਇਕੱਠੇ ਹੀ। ਅਸੀਂ ਪੱਠੇ ਬੀਜੇ ਨੇ, ਬੀਜੇ ਵੀ ਆਪ ਨੇ, ਪਾਣੀ ਵੀ ਆਪ ਦਿੰਦੇ ਹਾਂ, ਖਾਦ ਵੀ ਆਪ ਪਾਉਂਦੇ ਹਾਂ, ਹਰਿਆਂ ਨੂੰ ਵੱਢ ਵੀ ਆਪ ਹੀ ਲੈਂਦੇ ਹਾਂ, ਜਿਉਂਦੇ ਵੱਢਦੇ ਹਾਂ। ਜੇ ਹੁਣ ਬੀਜਣ ਨੂੰ ਪੁੰਨ ਮੰਨ ਲਈਏ, ਪਾਣੀ ਦੇਣ ਨੂੰ ਪੁੰਨ ਮੰਨ ਲਈਏ, ਤੇ ਵੱਢਣ ਨੂੰ ਪਾਪ ਮੰਨ ਲਈਏ, ਤਾਂ ਬਹੁਤ ਬੜਾ ਲੇਖਾ ਹੋ ਜੂ। ਫਿਰ ਤਾਲ ਜੀ ਗਏ ਜੇ ਲੇਖੇ 'ਚ, ਫਿਰ ਜਿਹੜੇ ਕੰਮ ਆਇਆ ਉਹ ਹੋ ਲਿਆ। ਲੇਖੇ ਵਾਲੇ ਉਹ ਕੰਮ ਨਹੀਂ ਕਰਦੇ ਹੁੰਦੇ ਜਿਹੜਾ ਕਰਨ ਵਾਲਾ, ਇਸੇ ਲੇਖੇ 'ਚ ਫਸੇ ਰਹਿੰਦੇ ਨੇ, ਪੁੰਨ ਪਾਪ 'ਚ ਧਿਆਨ ਰਹਿੰਦਾ, ਆਵੇਂ ਤੇ ਪੁੰਨ ਹੋ ਗਿਆ, ਪਾਪ ਹੋ ਗਿਆ। ਜਿਹੜਾ ਕੰਮ ਕਰਨਾ ਉਹਦਾ ਪਤਾ ਹੀ ਨਹੀਂ ਉਹ ਕੀ ਹੈ। ਇਹ ਸਭ ਧਰਮ ਬਣਾ ਕੇ ਜਾਏ, ਉਹ ਚੱਲਣਾ ਵੀ ਬੇਵਕੂਫਾਂ ਦਾ ਕੰਮ ਹੈ, ਪੁੰਨ ਪਾਪ ਨੂੰ ਮੰਨਣਾ ਅਕਲ ਵਾਲਿਆਂ ਦਾ ਕੰਮ ਹੀ ਨਹੀਂ ਹੈ। ਇੱਥੋਂ ਹੀ ਨਿਕਲ ਗਏ ਸਾਰੇ ਮੂਰਖ ਅੰਧਗੋਰ, ਜਿਹੜੇ ਮੰਨ ਕੇ ਪੁੰਨ ਪਾਪ ਨੂੰ ਮੂਰਖ ਅੰਧਗੋਰ ਨਹੀਂ ਤਾਂ ਹੋਰ ਕੀ ਨੇ। ਜੇ ਮੇਰੇ ਹੁਕਮ ਨਾਲ ਕੁਛ, ਮੇਰੀ ਮਰਜ਼ੀ ਨਾਲ ਕੁਛ ਹੁੰਦਾ ਪਾਪ ਪੁੰਨ, ਚਲ ਮੈਂ ਮਾਰ ਸਕਦਾ, ਪੈਦਾ ਤਾਂ ਨਹੀਂ, ਜਾਂ ਮੈਂ ਵਰ ਦੇ ਕੇ ਪੈਦਾ, ਵਰ ਵੀ ਦੇ ਸਕਦਾ, ਜੇ ਬਾਬੇ ਬੁੱਢੇ ਨੂੰ ਕਹਿੰਦੇ ਨੇ ਵਰ ਦੇ ਦਿੱਤਾ, ਮਾਰ ਵੀ ਸਕਦਾ, ਤੇ ਫਿਰ ਜੰਮਣ ਮਰਨ ਦਾ ਹੁਕਮ ਨਹੀਂ ਹੈਗਾ, ਇਹ ਤੇ ਸ਼ੰਕਾ ਚਲੀ ਜਾਊਗੀ। ਨਹੀਂ ਮੰਨਦੇ ਲੋਕ ਜੰਮਣ ਮਰਨ ਦਾ ਹੁਕਮ ਹੈ, ਸੱਚਖੰਡ ਦੀ ਗੱਲ, ਸੱਚਖੰਡ ਦੀ ਇਹ ਸ਼ਕਤੀ ਨੂੰ ਨਹੀਂ ਮੰਨਦੇ, ਜੰਮਣ ਮਰਨ ਦਾ ਹੁਕਮ ਹੈ। ਜੇ ਮੰਨਦੇ ਹੁੰਦੇ ਫਿਰ ਪੁੰਨ ਪਾਪ ਨਹੀਂ ਸੀ ਮੰਨਦੇ। ਜਿਹੜੇ ਲੋਕ ਮੰਨਦੇ ਨੇ ਜੰਮਣ ਮਰਨ ਦਾ ਹੁਕਮ ਹੈ, ਉਹ ਪੁੰਨ ਪਾਪ ਨੂੰ ਨਹੀਂ ਮੰਨ ਸਕਦੇ। ਖੁਦਾ ਸਭ ਹੁਕਮ ਨਾਲੇ ਆ, ਹਮ ਨਹੀਂ ਚੰਗੇ ਬੁਰਾ ਨਹੀਂ, ਕੋਈ ਤਾਂ ਮਤਲਬ ਇਹੀ ਹੈ।
बुरा नहीं कोई, बुराई तो कोई कर नहीं सकता। बुरी तो सोच है साडी, सोच बुरी है। ਜ਼ਰੂਰੀ ਤਾਂ ਨਹੀਂ ਸਾਡੀ ਸੋਚ ਅਨੁਸਾਰ ਸਭ ਕੁਝ ਹੁੰਦਾ। ਸਾਡੀ ਸੋਚ ਅਨੁਸਾਰ ਤਾਂ ਫਿਰ ਹੁੰਦਾ ਹੀ ਨਹੀਂ। ਜੇ ਬੁਰੀ ਬੁਰੀ ਸਾਡੀ ਸੋਚ ਹੋ ਸਕਦੀ ਹੈ, ਪ੍ਰੈਕਟੀਕਲੀ ਬੁਰਾਈ ਅਸੀਂ ਨਹੀਂ ਕਰ ਸਕਦੇ। ਸਾਡੀ ਸੋਚ ਹੈ ਹੀ ਬੁਰੀ, ਸਵਾਰਥੀ ਸੋਚ ਹੁੰਦੀ ਹੈ ਬੁਰੀ ਹੈ। ਪਰ ਹਮ ਨਹੀਂ ਬੁਰੇ, ਬੁਰੇ ਨਹੀਂ ਹੈਗੇ ਅਸੀਂ, ਬੁਰਾਈ ਕਰ ਨਹੀਂ ਸਕਦੇ। ਪਰ ਚੰਗਾ ਨਹੀਂ ਕੋਈ, ਚੰਗਾ ਵੀ ਨਹੀਂ ਕੋਈ। ਕਿਉਂ? ਭਾਣੇ 'ਚ ਨਹੀਂ ਚੱਲਦੇ, ਭਾਣੇ ਨੂੰ ਨਹੀਂ ਮੰਨਦੇ, ਗੁਰਬਾਣੀ ਨੂੰ ਨਹੀਂ ਮੰਨਦੇ, ਸੱਚ ਨੂੰ ਸੱਚ ਨਹੀਂ ਮੰਨਦੇ, ਆਪਣੇ ਭਲੇ ਦੀ ਗੱਲ ਨਹੀਂ ਮੰਨਦੇ। ਗੁਰਬਾਣੀ ਤੈਨੂੰ ਤੇਰੇ ਭਲੇ ਦੀ ਗੱਲ ਦੱਸਦੀ ਹੈ। ਗੁਰਬਾਣੀ ਦਾ ਕੋਈ ਇੰਟਰਸਟ ਨਹੀਂ, ਸੱਚਖੰਡ ਦਾ ਕੋਈ ਦਿਲਚਸਪੀ ਨਹੀਂ। ਤੂੰ ਇੱਥੇ ਰਹਿ ਉੱਥੇ ਰਹਿ। ਸਿਰਫ ਉਹਨਾਂ ਲੋਕਾਂ ਨੂੰ ਦੱਸੀ ਇਹ ਗੱਲ ਜਿਨ੍ਹਾਂ ਨੇ ਅਰਾਧਿਆ ਵੀ ਮੈਂ ਇੱਥੋਂ ਨਿਕਲਣਾ, ਮੈਨੂੰ ਦੱਸ ਕੇ ਮੈਂ ਨਿਕਲ। ਉਹਨਾਂ ਨੂੰ ਗੱਲ ਦੱਸੀ ਸੱਚਖੰਡ ਨੇ ਆਪਣੇ ਕਿਸੇ ਮੈਸੇਜ ਦੇ ਜ਼ਰੀਏ। ਉਹਨਾਂ ਦਾ ਜਿਹੜਾ ਹੈ ਸਿਸਟਮ, ਜਿਵੇਂ ਸਾਡਾ ਸਿਸਟਮ ਹੈ, ਵਾਇਰਲੈਸ ਸਿਸਟਮ ਸੀ ਸਾਡਾ, ਹੁਣ ਵੀ ਸਾਡੇ ਸਿਸਟਮ, ਉਹਦਾ ਵੀ ਸਿਸਟਮ ਹੈਗਾ। ਉਹ ਆਪਣੇ ਸਿਸਟਮ ਦੇ ਵਿੱਚ ਦਿਲਾਂ ਦੀ ਰਾਹ ਨੇ ਮੈਸੇਜ ਦੇ ਦਿੰਦਾ ਆਕਾਸ਼ ਦੇ ਰਸਤੇ। ਆਕਾਸ਼ ਸਾਰਿਆਂ ਸਾਂਝੇ ਸਾਡੇ, ਸਾਡੀ ਆਕਾਸ਼ਬਾਣੀ ਵੀ ਆਉਂਦੀ ਹੈ, ਉਹਦੀ ਵੀ ਆਕਾਸ਼ਬਾਣੀ ਹੈ। ਉਹ ਮੈਸੇਜ ਉਹਨਾਂ ਨੂੰ ਦਿੱਤਾ ਸੀ ਜਿਹੜਾ ਅਸੀਂ ਪੜ੍ਹਦੇ ਹਾਂ। ਉਹਨਾਂ ਨੇ ਦੱਸਤਾ ਲੋਕਾਂ ਨੂੰ ਵੀ ਭਾਈ ਸਾਨੂੰ ਆਹ ਮੈਸੇਜ ਮਿਲਿਆ, ਨਾਲ ਦੇ ਨੂੰ ਆਪਣੇ ਜਿਹਨੂੰ ਲੋੜ ਸੀ। ਉਹਨਾਂ ਦੀ ਆਪਣੀ ਕੋਈ ਗੱਲ ਨਹੀਂ, ਮੈਸੇਜ ਆਇਆ ਹੋਇਆ ਹੈ, ਉਹੀ ਦੱਸਿਆ ਉਹਨਾਂ ਨੇ। ਹੁਣ ਉਸ ਮੈਸੇਜ ਤੇ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ, ਨੁਕਸਾਨ ਤਾਂ ਉਹਨਾਂ ਦਾ ਆਪਣਾ ਹੀ ਆ। ਅਸਲ ਦੇ ਵਿੱਚ ਉਹਨਾਂ ਨੂੰ ਉਹ ਲੋੜ ਨਹੀਂ ਹੈ। ਜਿਹੜੀ ਲੋੜ ਉਹਨੂੰ ਸੀ, ਜਿਹਨੂੰ ਮੈਸੇਜ ਚਾਹੀਦਾ ਸੀ, ਉਹ ਲੋੜ ਉਹਨੂੰ ਦੀ ਹੈ ਨਹੀਂ। ਉਹ ਤਾਂ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦੇ। ਐਸੇ ਵੀ ਲੋਕ ਨੇ ਜਿਹੜੇ ਕਹਿੰਦੇ ਨੇ ਕੋਈ ਪਾਗਲ ਆਦਮੀ ਹੈ ਜਿਹੜਾ ਸੰਸਾਰ ਨੂੰ ਮੈਂ ਇੱਥੇ ਛੱਡ ਦੇਣਾ। ਉਹਨਾਂ ਵਾਸਤੇ ਤਾਂ ਫਿਰ ਮੈਸੇਜ ਦੀ ਲੋੜ। ਮੈਂ ਤੁਹਾਡੇ ਖਾਤਰ ਤਾਂ ਮੈਸੇਜ ਤੁਹਾਨੂੰ ਕੌਣ ਕਹਿੰਦਾ ਤੁਸੀਂ ਛੱਡ ਦਿਓ। ਪਰ ਜਿਹੜਾ ਛੱਡਣਾ ਚਾਹੁੰਦਾ ਉਹ ਉਹਦੀ ਆਪਣੀ ਮਰਜ਼ੀ ਹੈ। ਤੁਸੀਂ ਨਹੀਂ, ਤੁਸੀਂ ਆਪਣੀ ਅਵਸਥਾ ਦੀ ਗੱਲ ਕਰਦੇ ਹੋ, ਅਸੀਂ ਆਪਣੀ ਦੀ ਕਰਦੇ। ਤੁਹਾਨੂੰ ਕੌਣ ਕਹਿੰਦਾ ਤੁਸੀਂ ਛੱਡੋ? ਤੁਸੀਂ ਛੱਡਤਾ, ਦੂਜੀ ਟੀਮ ਨਹੀਂ ਜਾਣੀ ਦੂਏ ਪਾਸੇ। ਅਸੀਂ ਰੱਖ ਕੇ ਰਾਜੀ ਆਪਣੇ ਆਪੋਜ਼ਿਟਾਂ ਨੂੰ, ਰਹਿਣੋ। ਹਾਰਨਾ ਆਖਰ ਤੁਸੀਂ ਹੋਈਆਂ, ਅਸੀਂ ਨਹੀਂ ਹਾਰਨਾ ਗੇਮ 'ਚ। ਬਦਨਾਮੀ ਥੋੜੀ ਹੁੰਦੀ ਰਹਿੰਦੀ ਹੈ ਸਾਰਾ, ਇੱਥੇ ਵੀ ਉੱਥੇ, ਇੱਥੇ ਉੱਥੇ ਬਦਨਾਮੀ ਥੋੜੀ ਰਹਿੰਦੀ ਹੈ। ਦੂਜਿਆਂ ਦੀ ਬਦਨਾਮੀ ਕਦੇ ਹੋਈ ਹੋ ਨਹੀਂ ਇੱਥੇ। ਧਰੂ ਪ੍ਰਹਲਾਦ ਦੀ ਕਦੇ ਬਦਨਾਮੀ ਹੋਈ ਹੈ? ਬਸ ਕੱਲੀ ਉਹ ਮਿਸਾਲ ਬਥੇਰੀ ਹੈ ਸਾਡੇ ਕੋਲ। ਉਹ ਤੋਂ ਪਹਿਲਾਂ ਕੋਈ ਹੈ ਹੀ ਨਹੀਂ, ਦੁਨੀਆ ਹੀ ਨਹੀਂ ਹੈ। ਬਾਕੀ ਉਹਦੇ ਨਾਲੇ ਨੇ, ਧਰੂ ਪ੍ਰਹਲਾਦ ਤੇ ਸ਼ੁਰੂ ਹੁੰਦੀ ਹੈ ਗੱਲ। ਦੂਏ ਵੀ ਨਹੀਂ ਬਦਨਾਮੀ ਕਰਦੇ, ਜਿਹੜੇ ਖਿਲਾਫ ਨੇ ਅੰਦਰੋਂ ਹਰਨਾਮ ਕ੍ਰਿਸ਼ਨ ਨੇ ਹੁਣ ਵੀ, ਉਹ ਵੀ ਧਰੂ ਪ੍ਰਹਲਾਦ ਦੀ ਬਦਨਾਮੀ ਨਹੀਂ ਕਰਦੇ। ਉਹ ਧਰੂ ਪ੍ਰਹਲਾਦ ਜੇ ਨਵਾਂ ਪੈਦਾ ਹੋ ਜਾ ਤਾਂ ਉਹਨਾਂ ਨੂੰ ਠੀਕ ਵੀ ਨਹੀਂ ਲੱਗਦਾ, ਚੰਗਾ ਵੀ ਨਹੀਂ, ਮਾਫ ਵੀ ਨਹੀਂ ਉਹਨਾਂ ਦੇ ਹੈ। ਧਰੂ ਪ੍ਰਹਲਾਦ ਦੀ ਵਾਲੀ ਫਿਲਾਸਫੀ ਆ ਹੁਣ ਵਾਲੀ, ਇਹ ਕੌਣ ਹੈ? ਇਹ ਇਹਨਾਂ ਨੂੰ ਚੰਗੇ ਫਿੱਟ ਵੀ ਨਹੀਂ ਹੈ ਇਹਨਾਂ ਨੂੰ। ਪਰ ਧਰੂ ਪ੍ਰਹਲਾਦ ਨੂੰ ਬੁਰਾ ਵੀ ਨਹੀਂ ਕਹਿ ਸਕਦੇ। ਉਹ ਭਗਤ ਵੀ ਮੰਨਣਗੇ ਉਹਨਾਂ ਨੂੰ, ਕੰਪਰੋਮਾਈਜ਼ ਕਰ ਲੈਂਦੇ ਨੇ ਵੀ ਭਗਤ ਤੁਹਾਨੂੰ ਅਸੀਂ ਮੰਨ ਲੈਂਦੇ, ਪਰ ਸਾਨੂੰ ਆਪਣਾ ਕੰਮ ਕਰ ਦਿਓ। ਜੋ ਅਸੀਂ ਸੋਚਦੇ ਹਾਂ ਸਾਨੂੰ ਸਾਡੀ ਸੋਚ ਮੁਤਾਬਕ ਜੀਵਨ ਜਿਉਣ ਦਿਓ। ਕਹਿੰਦੇ ਜਿਉਂਦੇ ਰਹੋ, ਸਾਨੂੰ ਕੀ ਤਕਲੀਫ ਹੈ ਇਸ ਗੱਲ ਦੀ। ਪਰ ਜਿਹੜਾ ਤੁਸੀਂ ਪ੍ਰਚਾਰ ਕਰਕੇ ਹੋਰ ਲੋਕਾਂ ਨੂੰ ਦਾ ਜੀਵਨ ਖਰਾਬ ਕਰਦੇ ਹੋ, ਉਹਦੇ ਵਾਸਤੇ ਸਾਨੂੰ ਬੋਲਣਾ ਪੈਂਦਾ। ਆਪਣਾ ਤੁਸੀਂ ਮਰਜ਼ੀ ਹੈ। ਅਸੀਂ ਵੀ ਤਾਂ ਕਹਿੰਦੇ ਹਾਂ ਵੀ ਆਹ ਵੀ ਆ ਵੀ ਹੈ, ਜਿਹੜੇ ਨਾਲ ਮਰਜ਼ੀ ਜਾਵੇ ਕੋਈ। ਤੁਸੀਂ ਵੀ ਇਹ ਕਹੋ ਕਿ ਆ ਵੀ ਜੇ ਜਿਹੜੇ ਨਾਲ ਮਰਜ਼ੀ ਜਾਵੇ ਕੋਈ। ਹਾਂ ਤੁਸੀਂ ਜਾਓ ਪੁੱਠੇ ਪਾਸੇ, ਅਸੀਂ ਤੁਹਾਨੂੰ ਕਹਿੰਦੇ ਨਾ ਜਾਓ, ਪਰ ਗੱਲ ਤਾਂ ਸੱਚ ਤਾਂ ਬੋਲੋ ਨਾ। ਅਸੀਂ ਸੱਚ ਬੋਲਦੇ ਹਾਂ ਵੀ ਆ ਵੀ ਹੈ, ਰਾਹ ਵੀ ਹੈ। ਬਾਕੀ ਮਰਜ਼ੀ ਜਾਣ ਵਾਲੇ ਦੀ ਆਜ਼ਾਦੀ ਹੈ, ਜਾ ਸਕਦਾ ਹੈ ਕੋਈ ਕਿਤੇ, ਉਹਦੇ ਕੋਲ ਵੀਟੋ ਪਾਵਰ ਹੈ, ਸਾਹਿਬ ਭੰਗ ਹੈ। ਉਹ ਸਵਯੰ ਆਪਣੇ ਆਪ ਨੂੰ ਭੰਗ ਕਰ ਸਕਦਾ, ਚਾਹੇ ਇੱਧਰੋਂ ਭੰਗ ਕਰ ਲਵੇ, ਉੱਧਰੋਂ ਕਰ ਲਵੇ, ਜਦ ਮਰਜ਼ੀ ਛੱਡ ਕੇ ਤੜਾ ਦੂਏ ਪਾਸੇ ਆ ਜਾਵੇ।
ਉਹ ਤਾਂ ਉਹਦੀ ਆਪਣੀ ਮਰਜ਼ੀ ਤੇ ਖੜੀ ਹੈ ਗੱਲ। ਜੇ ਦੋਏ ਧੜੇ ਪ੍ਰਚਾਰ ਕਰਨ ਕੀ ਮਾੜੀ ਗੱਲ ਹੈ, ਕੋਈ ਲੜਾਈ ਥੋੜੀ ਹੈ। ਝੂਠ ਵਾਲਿਆਂ ਨੂੰ ਮਨਜ਼ੂਰ ਨਹੀਂ ਹੈ ਗੱਲ। ਉਹ ਕਹਿੰਦਾ ਵੀ ਸਾਨੂੰ ਬਰਦਾਸ਼ਤ ਨਹੀਂ ਹੈ ਗੱਲ ਹੈਗੀ, ਇਹਨਾਂ ਦਾ ਮੂੰਹ ਤਲਵਾਰ ਨਾਲ ਬੰਦ ਕਰ ਦਿਓ, ਇਹਨਾਂ ਨੂੰ ਖਤਮ ਕਰ ਦਿਓ। ਏਦਾਂ ਕਰਦੇ ਆਏ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸੱਚ ਖਤਮ ਹੁੰਦਾ। ਉਹ ਪਰਮੇਸ਼ਰ ਨੂੰ ਖਤਮ ਕਰਨ ਆਏ ਨੇ, ਇਹਦਾ ਮਤਲਬ ਹੈ ਹਰ ਕਾ ਸੇਵਕ ਸੋ ਹਰ ਜਿਹਾ। ਜਿਹੜੇ ਹਰ ਕੇ ਸੇਵਕ ਨੂੰ ਖਤਮ ਕਰਨ ਦੀ ਸੋਚਦੇ ਨੇ, ਉਹਦੇ ਪ੍ਰਚਾਰ ਨੂੰ ਖਤਮ ਕਰਨ ਦੀ ਸੋਚਦੇ ਨੇ, ਉਹ ਦੇਖ ਲੈਣ ਵੀ ਕਿਹਦੀ ਖਿਲਾਫਤ ਕਰ ਰਹੇ ਨੇ। ਖੁਦ ਹਰ ਦੀ ਖਿਲਾਫਤ ਕਰ ਰਹੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਾ ਮਾਨਸ ਦੇਹਾ। ਉਹਦੀ ਮਨੁੱਖਾ ਦੇਹੀ ਦੀ ਨਾ ਤੁਸੀਂ ਕਰੋ ਵੀ ਉਹ ਪੰਜਾਬ 'ਚ ਪੈਦਾ ਹੋਇਆ, ਇੰਗਲੈਂਡ 'ਚ ਪੈਦਾ ਹੋਇਆ, ਕਿੱਥੇ ਪੈਦਾ ਹੋਇਆ, ਕੌਣ ਹੈ ਮਾਨਸ ਦੇ, ਕਹੀ ਜੀ ਵੀ ਹੋਵੇ, ਉਹਦੀ ਗੋਰਾ ਹੋਵੇ, ਕਾਲਾ ਹੋਵੇ, ਕਣਕ ਬੰਨਾ ਹੋਵੇ, ਕਿਹਾ ਜਾ ਵੀ ਹੋਵੇ, ਚਾਹੇ ਮਾਨਸ ਦੇਹੀ ਦਾ ਕੀ ਹੈ। ਮਾਨਸ ਦੇਹੀ ਕਰਕੇ ਇਹ ਨਾ ਸਮਝੋ ਵੀ ਹਰ ਜਿਹਾ ਨਹੀਂ ਹੈ। ਇਹ ਅੰਦਰੋਂ ਹਰ ਜਿਹਾ, ਬਾਹਰੋਂ ਨਹੀਂ ਹਰ ਜਿਹਾ। ਜਿੰਨਾ ਚਿਰ ਸਰੀਰ ਉਹਨਾਂ ਚਿਰ ਹਰ ਜਿਹਾ ਹੈ, ਜਾਂ ਸਰੀਰ ਛੁੱਟ ਗਿਆ ਫਿਰ ਹਰੇ ਹੈ। ਜਿੰਨਾ ਚਿਰ ਸਰੀਰ ਦੇ ਵਿੱਚ ਹੈ ਹਰ ਜਿਹਾ ਹੀ ਕਹਾਂਗੇ ਉਹਨੂੰ, ਉਹਨਾਂ ਚਿਰ ਹਰ ਨਹੀਂ ਕਹਿ ਸਕਦੇ। ਬਸ ਇਹਨਾਂ ਨੇ ਸਰੀਰ ਸਣੇ ਕ੍ਰਿਸ਼ਨ ਨੂੰ ਹਰ ਕਹਿ ਦਿੱਤਾ, ਇੱਥੋਂ ਗਲਤੀ ਹੋਈ ਹੈ। ਹਰ ਜਿਹਾ ਕਹਾਂਗੇ, ਹਰ ਨਹੀਂ ਕਹਿ ਸਕਦੇ। ਜੇ ਹਰ ਕਹਿਤਾ ਦੀਦਾ ਸਰੀਰ ਹੈ, ਫਿਰ ਸਰੀਰ ਹਰ ਹੋ ਗਿਆ। ਬਸ ਆ ਬਰੀਕ ਫਰਕ ਨਹੀਂ ਸਮਝਿਆ। ਉਹਨਾਂ ਨੇ ਹਰ ਜਿਹਾ ਕਿਹਾ ਸੀ, ਉਹਨਾਂ ਨੇ ਕਹਿਤਾ ਹਰੇ ਕ੍ਰਿਸ਼ਨ। ਮੂਰਤੀ ਪੂਜਾ ਹੋ ਗਈ, ਨਿਰਾਕਾਰੀ ਦੁਨੀਆ ਖਤਮ, ਸਾਰੀ ਗੱਲ ਸਿਰ ਤੇ ਆ ਗਈ। ਹੁਣ ਉਹ ਵੀ ਕਰਨ ਦੋਏ ਗੱਲਾਂ ਕਰਨ, ਪ੍ਰਚਾਰ ਗੁਣ ਔਗਣ। ਚੱਲ ਤੁਸੀਂ ਆਪਣੀ ਦੇ ਔਗਣ ਨਹੀਂ ਦੱਸਣੇ, ਅਸੀਂ ਦੱਸ ਦਾਂਗੇ, ਪਰ ਤੁਹਾਨੂੰ ਤੁਸੀਂ ਪ੍ਰਚਾਰ ਕਰੋ ਵੀ ਗੁਣ ਔਗਣ ਨਹੀਂ ਹੈ। ਜੇ ਨਹੀਂ ਔਗਣ ਅਸੀਂ ਵਧਾ ਚੜਾ ਕੇ ਕਹਿੰਦੇ ਤੁਸੀਂ ਕੋਈ ਗਲਤ ਕਹਿੰਦੇ ਹੋਏ, ਚਰਚਾ ਕਰੋ ਇਸ ਗੱਲ ਤੇ, ਡਾਇਲਾਗ ਹੋ ਸਕਦੀ ਹੈ। ਕਹਿ ਸਕਦੇ ਹੋ ਤੁਸੀਂ ਵੀ ਕੋਈ ਗੱਲ ਬਈ ਅਸੀਂ ਇਹ ਧਰਮ ਰੱਖਣਾ, ਦੁਨੀਆ ਵੀ ਹੈ, ਸਾਰੀ ਦੁਨੀਆ ਚੱਲ ਨਹੀਂ ਸਕਦੀ, ਠੀਕ ਹੈ ਚਲਾਓ। ਪਰ ਇਹ ਤਾਂ ਨਾ ਕਹੋ ਵੀ ਇੱਥੇ ਹੀ ਧਰਮ ਹੈ, ਏਦੋਂ ਗਾਹਾਂ ਹੈ ਹੀ ਨਹੀਂ ਕੁਛ। ਗੱਲ ਸਿਰੇ ਤੋਂ ਦੀ ਦੱਸੋ। ਪੌੜੀਆਂ ਚਾਰੇ ਦਿਖਾ ਦੋ ਵੀ ਇੱਕ ਪੌੜੀ ਚੜ ਹੁੰਦੀ ਹੈ, ਇਹ ਜਨ ਚਿੱਕੇ ਚੜ ਜਾ ਚੜ। ਪਰ ਇਹ ਨਾ ਹੈ ਵੀ ਤੂੰ ਕਰੇ ਕੁਛ ਹੋਰ, ਅਟੈਚ ਧਰਮ ਦੇ ਨਾਲ ਰਹੇ। ਟਾਰਗੇਟ ਬਣਾ, ਜਿੰਨਾ ਕਰ ਸਕਦਾ ਉਹਨਾਂ ਕਰ। ਜੇ ਇੱਕੋ ਇੰਨਾ ਵੀ ਹੋ ਜਾਏ ਕਰ, ਇੱਕੋ ਲੜਾਈ ਖਤਮ ਕਰੂਗਾ। ਉਹਨੀ ਉਹ ਜਿੰਨੀ ਬੁੱਧੀ ਆ ਉਹਦੀ ਇੱਕੋ। ਫਿਰ ਵੀ ਜੇ ਡਾਇਰੈਕਸ਼ਨ ਇੱਕ ਹੋ ਗਈ ਧਾਰਮਿਕ, ਸੱਚ ਵੱਲ ਨੂੰ ਡਾਇਰੈਕਸ਼ਨ ਹੋ ਗਈ, ਇਮਾਨਦਾਰੀ ਵੱਲ ਨੂੰ ਡਾਇਰੈਕਸ਼ਨ ਬਣਦੀ ਹੈ ਸਾਰਿਆਂ ਦੀ, ਤੇ ਕਿਸੇ ਨਾਲ ਟਕਰਾ ਤਾਂ ਹੈ ਨਹੀਂ। ਫਿਰ ਟਕਰਾ ਕਿੱਥੇ ਆ, ਕਿਉਂ ਟਕਰਾ ਵਾਲਾ ਸਿਰੇ ਨਹੀਂ ਚੁੱਕ ਸਕਦਾ। ਦੱਸ ਭਾਈ ਕਿੱਥੇ ਟਕਰਾ, ਸਮਝਾ ਦੇ, ਅਸੀਂ ਸਮਝ ਲੈਂਦੇ, ਹਟ ਜਾਂਦੇ। ਇਹ ਸ਼ਰਾਰਤੀ ਤਾਂ ਬੋਲਣ ਤੇ ਪਹਿਲਾਂ ਹੀ ਸੋਚਦੇ ਨੇ ਵੀ ਇਹ ਅੰਦਰ ਇਹ ਜਾਂ ਵਿਚਾਰਨ ਲੱਗਦੇ ਨੇ, ਸਭ ਪਤਾ ਲੱਗ ਜਾਂਦਾ ਵੀ ਆਹ ਗੱਲ ਕਹੀ, ਇਹਦਾ ਜਵਾਬ ਆ, ਇਹਦਾ ਆ, ਇਹਦਾ ਆ, ਇਹਦਾ ਆ, ਬੋਲਦਾ ਹੀ ਨਹੀਂ। ਆਪਣੇ ਮਨ ਦੀਆਂ ਦਲੀਲਾਂ ਵੀ ਪੇਸ਼ ਕਰ ਦਿੰਦਾ ਜੇ ਆਪਣੀ ਗੱਲ ਝੂਠੀ ਹੋਵੇ, ਆਪਣੇ ਅੰਦਰ ਕਿਤੇ ਹੈ ਨਹੀਂ। ਹੁਣ ਇਹ ਸੰਤ ਨੇ, ਆਪਣੇ ਆਪ ਨੂੰ ਸੰਤ ਕਹੂਦੇ ਨੇ, ਲੋਕ ਕਹਿੰਦੇ ਨੇ, ਇਹਨਾਂ ਦਾ ਪਹਿਲਾ ਫਰਜ਼ ਬਣਦਾ ਇਹ ਨਹੀਂ ਕੁਰਬਾਨੀ ਕਰਨੀ, ਕਰੂਗਾ ਕੌਣ? ਕੁਰਬਾਨੀ ਕਾਹਦੀ ਕਰਨੀ ਹੈ? ਕੋਈ ਸਰੀਰ ਥੋੜੀ ਮੰਗਦਾ, ਕੋਈ ਸਿਰ ਥੋੜੀ ਮੰਗਦਾ ਤੁਹਾਡਾ, ਤੇ ਸਹਿਯੋਗਤਾ ਤਾਂ ਮਾਇਆ ਪਈ ਆ ਐਵੇਂ ਬੇਮਤਲਬ। ਉਹਨੂੰ ਲਾਓ, ਗਰੀਬ ਗੁਰਬੇ ਤਾਂ ਲਾਓ ਜਿੱਥੇ ਵੀ ਲੱਗ ਸਕਦੀ ਹੈ।
ਥੋੜਾ ਵੀ ਜਸ ਹੋਵੇ ਤੁਹਾਨੂੰ ਫਾਇਦਾ ਹੋਵੇ, ਉਹਦਾ ਸਕੂਨ ਮਿਲੇ, ਜੋ ਚਾਹੀਦਾ ਤੁਹਾਡੇ ਅੰਦਰ, ਜੋ ਤੁਹਾਨੂੰ ਚਾਹੀਦਾ ਉਹ ਫੇਰ ਮਿਲੂਗਾ। ਇਹ ਜੇ ਛੱਡ ਕੇ ਚਲੇ ਗਏ ਆ ਸੰਸਾਰ, ਉਹਦੇ ਬਾਅਦ ਜਿਹੜਾ ਤੁਹਾਨੂੰ ਜਿਹੜਾ ਜਸ ਦਾ ਭੁੱਖ ਹੈ ਨਾ, ਜਸ ਮਿਲੂਗਾ, ਉਹ ਜਸ ਝੂਠਾ, ਉਹ ਜਸ ਨਹੀਂ ਹੈ, ਉਹ ਝੂਠਾ ਜਸ ਹੈ। ਤੁਸੀਂ ਕਹਿੰਦੇ ਜਿਹੜੇ ਜੇ ਮੂਰਖੰਦ ਕੋਲ ਜਸ ਕਰੀ ਵੀ ਹੁਣ ਕੌਣ ਪੁੱਛਦਾ ਦਰਗਾਹ ਗਾਹਾਂ ਜਸ ਕੀ ਹੈ, ਗਾਹਾਂ ਕੀ ਹੈ, ਗਾਹਾਂ ਕੀ ਮਿਲੂਗਾ। ਐਂ ਕਰੇ ਤੇ ਗਾਹਾਂ ਕੀ ਮਿਲੂਗਾ, ਜੇ ਨਹੀਂ ਕਰਦੇ ਕੀ ਮਿਲੂਗਾ। ਇਹ ਤੁਸੀਂ ਆਪਣੇ ਅੰਦਰ ਵਿਚਾਰ ਲਓ, ਤੋਲ ਲਓ, ਜੇ ਸੌਦਾ ਠੀਕ ਹੋਇਆ ਕਰ ਲਿਓ, ਨਹੀਂ ਨਾ ਸਹੀ। ਜਿਹਨੂੰ ਚੰਗਾ ਲੱਗੂ ਸੌਦਾ ਕਰ ਲੂਗਾ। ਨਾਲੇ ਤੁਹਾਡਾ ਸੰਤ ਬਣਾ ਵੀ ਦੇਖਿਆ ਜੋ ਕੱਚਾ ਪੱਕਾ ਦੁਨੀਆ ਨੂੰ ਪਤਾ ਲੱਗ ਜੂ। ਸਾਰੀ ਜ਼ਿੰਦਗੀ ਸੰਤ ਸੰਤ ਕਹਿੰਦਾ ਰਿਹਾ, ਵੀ ਕਹੂੰਦਾ ਸੀ ਵੀ ਆਹੀ ਨਿਕਲਿਆ ਬਸ। ਪ੍ਰਭ ਕੇ ਸਿਮਰਨ ਨਾਲ ਕੀ ਮਿਲਿਆ ਤੂੰ ਦੱਸ। ਜੋ ਨਹੀਂ ਇਹ ਚੀਜ਼ ਚੱਲਦਾ, ਤੇਰਾ ਸਿਮਰਨ ਜਿਹੜਾ ਹੈਗਾ ਉਹ ਕੀ ਦਿੰਦਾ। ਦੂਆ ਪੱਖੇ ਵੀ ਆ। ਕੱਲੇ ਕੱਲੇ ਦੇ ਡੇਰੇ ਤੇ ਜਾ ਕੇ ਪੁੱਛਿਆ ਗੁਰੂ ਨਾਨਕ ਨੇ ਸਾਰਿਆਂ ਨੂੰ, ਭਾਈ ਕਿੰਨਾ ਚਿਰ ਹੋ ਗਿਆ। ਜਿੰਨੀ ਕਿਸੇ ਦੀ ਉਮਰ ਸੀ, ਕੋਈ ਥੋੜੀ ਉਮਰ ਦਾ ਆ ਜਾਂਦਾ, ਕੋਈ ਬਚਪਨ ਤੇ ਆ ਜਾਂਦਾ। ਤਪ ਕਰਦੇ ਨੂੰ, ਜੋ ਵੀ ਨਾਮ ਜਪਦੇ ਨੂੰ, ਜੋ ਦੱਸਦਾ ਹੀ ਇੰਨਾ ਚਿਰ ਹੋ ਗਿਆ। ਉਹਦੇ ਪਹਿਲਾਂ ਤੇਰਾ ਗੁਰੂ ਸੀ, ਉਹ ਕਿੰਨਾ ਚਿਰ ਕਰਦਾ ਰਿਹਾ, ਇੰਨਾ ਚਿਰ ਕਰਦਾ ਰਿਹਾ। ਉਹ ਤੇ ਪਹਿਲਾਂ ਉਹਦਾ ਗੁਰੂ ਸੀ, ਉਹ ਕਿੰਨਾ ਚਿਰ ਕਰਦਾ ਰਿਹਾ। ਇਹਨਾਂ ਤੈਨੂੰ ਕੀ ਪ੍ਰਾਪਤੀ ਹੋਈ? ਮੈਨੂੰ ਤਾਂ ਅਜੇ ਕੋਈ ਨਹੀਂ ਪ੍ਰਾਪਤੀ ਹੋਈ। ਤੇਰੇ ਗੁਰੂ ਕੋਲ ਕੀ ਸੀ? ਕਹਿੰਦੇ ਜੇ ਆਹੀ ਕੁਛ ਸੀ ਜਿਹੜਾ ਕੁਝ ਬਸ ਉਹਨੇ ਦੱਸਿਆ, ਹੋਰ ਤਾਂ ਕੁਝ ਨਹੀਂ ਸੀ। ਜਿਹੜਾ ਕੁਝ ਮੈਨੂੰ ਦੱਸ ਗਿਆ ਦੇਗਾ, ਹੋਰ ਕੀ ਹੈ। ਉਹ ਕਹਿੰਦੇ ਇਹਦਾ ਮਤਲਬ ਉਹਦੇ ਗੁਰੂ ਨੇ ਵੀ ਇੰਨਾ ਕਿ ਦੱਸਿਆ, ਉਹੀ ਉਹਦੇ ਕੋਲ, ਉਹੀ ਥੈਲੀ ਤੈਨੂੰ ਦੇ ਗਿਆ, ਤੈਂ ਮੈਨੂੰ ਦਿਖਾਤੀ, ਮੇਰੇ ਕੋਲ ਆਏ। ਇਹੀ ਕੁਛ ਆਇਆ ਪਿੱਛੋਂ, ਤੋਂ ਵੱਧ ਨਹੀਂ ਸੀ ਇਹਨਾਂ ਕੋਲ। ਤੇ ਬਾਕੀ ਹੁਣ ਅੱਗੇ ਅੱਗੇ ਤਾਂ ਜੀ ਕੋਈ ਮਿਲਿਆ ਨਹੀਂ ਜਾਣ ਵਾਲਾ। ਜਾਣਾ ਚਾਹੁੰਦਾ ਵੀ ਅੱਗੇ ਕੋ ਇੰਨਾ ਕਿ ਆਪਣਾ ਮਨ ਰਾਜੀ ਆ ਵੀ ਚਲੋ ਠੀਕ ਹੈ। ਉਹ ਉਹਦੇ ਕੋਲ ਜਾਂਦੇ ਤੇ ਜਿਹੜਾ ਅੱਗੇ ਹੀ ਭਾਲਦਾ ਹੁੰਦਾ ਸੀ, ਪਹਿਲਾਂ ਪੁੱਛ ਕੇ ਕੋਈ ਹੈ ਬੰਦਾ, ਉਹ ਦੱਸਦੇ ਫਲਾਣੇ ਤੋਂ ਹੈਗਾ, ਉਹ ਗਾਹਕ ਹੈ। ਗਾਹਕ ਦੇ ਬਿਨਾਂ ਨਹੀਂ ਚੱਲਦੇ। ਟਾਈਮ ਵੇਟ ਥੋੜੀ ਕਰਨਾ ਵੀ ਲੜਨਾ ਅਗਲਾ ਨਾਲ ਜਾ ਕੇ। ਉਹ ਬੰਦੇ ਇੰਨੇ ਕੁ ਬੰਦਿਆਂ ਕੋਲ ਜਾਇਆ ਹੈ, ਉਹ ਇੰਨੇ ਕੁ ਬੰਦਿਆਂ ਨੂੰ ਟ੍ਰੇਨ ਕਰਿਆ ਹੈ। ਗੁਰੂ ਨਾਨਕ ਵੱਲੋਂ ਸਾਰੇ ਵੱਜਦਾ ਹੈ। ਉਹ ਬੰਦਿਆਂ ਨੇ ਪਹੁੰਚਾਇਆ ਕਹਾਂ। ਪੰਜਾਬ ਤਾਂ ਕੋਈ ਜਾਣਦਾ ਵੀ ਨਹੀਂ ਸੀ। ਪੰਜਾਬ ਤਾਂ ਅੰਦਰ ਦੇਵ ਨੂੰ ਨਹੀਂ ਪਤਾ, ਪੰਜਾਬ ਚ ਨਹੀਂ ਸੀ ਬਹੁਤਿਆਂ ਨੂੰ ਪਤਾ। ਉਹ ਵੀ ਉਹਨਾਂ ਬੰਦਿਆਂ ਨੂੰ ਪਤਾ ਸੀ, ਜਿਵੇਂ ਕਬੀਰ ਪੰਥੀਆਂ ਨੇ। ਇਹਨਾਂ ਦੀ ਸੰਗਤ ਬਹੁਤ ਸੀ ਬੜੀ। ਇਹਨਾਂ ਦੀ ਤਾਂ ਗੁਰੂ ਘਰ ਤੇ ਸੰਗਤ ਹੈ ਨਹੀਂ ਸੀ ਕੋਈ। ਗੁਰੂ ਨਾਨਕ ਤੇ ਧਰਮ ਸੀ, ਪਹਿਲਾਂ ਕਿੱਥੇ ਸੀ? ਪਹਿਲਾਂ ਜੜ ਤਾਂ ਕੋਈ ਹੈ ਨਹੀਂ, ਧਰਮ ਤਾਂ ਕੋਈ ਹੈ ਨਹੀਂ। ਇਹ ਤਾਂ ਨਵਾਂ ਕ੍ਰੀਏਟ ਕੀਤਾ ਧਰਮ। ਅਸਲ ਗੁਰੂ ਨਾਨਕ ਤੇ ਹੀ ਇਹ ਚੱਲਿਆ ਆਪਣਾ। ਕਬੀਰ ਪੰਥੀ ਬਾਣੀ ਚੱਲੀ ਹੈ, ਕੋਈ ਜਥੇਬੰਦਕ ਤੌਰ ਤੇ ਨਹੀਂ ਨਾ ਗੱਲ ਚੱਲੀ। ਜਥੇਬੰਦੀ ਕਬੀਰ ਨੇ ਵੀ ਬਣਾਈ, ਉਹਦੀ ਵੀ ਚੱਲਦੀ ਹੈ। ਹੁਣ ਉਹ ਜਥੇਬੰਦੀਆਂ ਇਕੱਠੀਆਂ ਹੋਣਗੀਆਂ। ਕੁਝ ਬੰਦੇ ਉਹਦੀ ਜਥੇਬੰਦੀ ਹੈ, ਰਵਿਦਾਸ ਨੂੰ ਮੰਨਣ ਵਾਲੇ ਨੇ, ਉਹਦੇ ਵਿੱਚ ਵੀ ਹੈਗੇ ਨੇ, ਕਬੀਰ ਵਾਲੇ ਵੀ ਨੇ। ਇਹ ਸਾਰੇ ਜਦ ਇਕੱਠੇ ਹੁੰਦੇ ਨੇ, ਫੇਰ ਕਹਾਂ ਸਿੱਖੀ ਦੀ ਗੱਲ ਵਧੂਗੀ। ਸਿੱਖ ਪੈ ਵਿਰੋਧ ਕਰੀ ਇਹਨਾਂ ਨੂੰ ਕੌਣ ਪੁੱਛਦਾ? ਇਹਨਾਂ ਨੂੰ ਇਹ ਤਾਂ ਬਿਲਕੁਲ ਥੋੜੇ ਜਿਹੇ ਨੇ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ। ਇਹ ਤਾਂ ਹੋਰ ਬਹੁਤ ਨੇ, ਹਿੰਦੂ ਬਹੁਤ ਨੇ, ਮੁਸਲਮਾਨ ਦੋਏ ਤਰ੍ਹਾਂ ਨੇ। ਇਹ ਤਾਂ ਪਿੱਛੇ ਆਪੇ ਭੱਜੇ ਹੋਣ, ਇਹਨਾਂ ਦਾ ਕੀ ਹੈ। ਤਾਂ ਮੈਂ ਪਹਿਲਾਂ ਤੇ ਕਹਿ ਦਿੱਤਾ ਵੀ 2 ਕਰੋੜ ਸਿੱਖ ਹੋਊਗੇ, ਕੀ ਫਰਕ ਪੈਂਦਾ ਇੰਨੀ ਦੁਨੀਆ ਦੇ ਵਿੱਚ 2 ਕਰੋੜ ਦਾ। ਨਾਲੇ ਇਹਨਾਂ ਦਾ ਨਸ਼ਾ ਉਤਰ ਗਿਆ ਵੀ 2 ਕਰੋੜ ਦੇ 2 ਕਰੋੜ ਨੂੰ ਕਹਿੰਦਾ ਕੋਈ ਪਰਵਾਹ ਨਹੀਂ। ਨਸ਼ਾ ਉਤਰ ਗਿਆ। ਦੂਏ ਪਾਸੇ ਦੇਖ ਵੀ ਲਿਆ ਵੀ 2 ਮੁਸਲਮਾਨ ਤੁਹਾਡੇ ਕਹਿੰਦੇ ਨੇ ਵੀ ਤੂੰ ਵਿਚਾਲੇ ਇਕੱਲਾ ਹੀ ਹੋ ਜਾ, ਬਸ ਸਾਰੇ ਮੁਸਲਮਾਨ ਹੋ ਗਏ ਉਹਦੇ ਪਿੱਛੇ। ਤੇ ਕੌਣ ਰਹਿ ਗਿਆ? ਗੁਰੂ ਨਾਨਕ ਦੇ ਪਿੱਛੇ ਨਹੀਂ ਸੀ ਮੁਸਲਮਾਨ।
10ਵੇਂ ਪਾਤਸ਼ਾਹ ਦੇ ਪਿੱਛੇ ਮੁਸਲਮਾਨ ਨਹੀਂ ਸੀ। ਕੱਲਾ ਸਨੌਰੇ ਵਾਲੇ ਦੇ ਕਿੰਨੇ ਆਦਮੀ ਆਏ ਸੀ? ਕਿਸੇ ਮਗਰ 500 ਆਦਮੀ ਨਹੀਂ ਆਇਆ। ਹੋਰ ਹਿੰਦੂ ਕੋਈ ਇਹਨਾਂ ਚ ਸਿੱਖਾਂ ਚ ਕੋਈ ਵੀ ਨਹੀਂ ਸੀ ਜਿਹਦੇ ਮਗਰ 500 ਚੇਲਾ ਹੋਵੇ। ਸੰਤ ਕੋਈ ਸੰਤ ਸੀਗਾ ਜਿਹਨੇ ਮਦਦ ਕੀਤੀ ਹੈ ਹਿੰਦੂ ਨੇ? ਫਿਰ ਇਹਦਾ ਸਾਰੇ ਖਿਲਾਫ ਤੇ। ਇਹ ਤਾਂ ਹੁਣ ਸਰਕਾਰਾਂ ਨੂੰ ਲੋੜ ਪੈ ਗਈ। ਉਧਰ ਅੱਤਵਾਦ ਦਾ ਜਿਹੜਾ ਰੂਪ ਹੈ ਨਾ ਪਰਮੇਸ਼ਰ ਨੇ ਦਿਖਾਇਆ, ਕਰੂਰ ਰੂਪ ਹੈ ਇਹਦਾ ਧਰਮ ਦਾ। ਇੱਕ ਪਰਮੇਸ਼ਰ ਦਾ ਕਰੂਰ ਕਰਮ ਜਿਹੜਾ ਰੂਪ ਹੈ ਨਾ, ਉਹ ਚ ਅੱਤਵਾਦ ਪੈਦਾ ਹੋਇਆ। ਜਦ ਨਹੀਂ ਅੜਦੇ ਰਾਜੇ ਮਨਮਾਨੀ ਕਰਨ ਤੇ, ਫਿਰ ਧਰਮ ਅੱਗੇ ਆਉਂਦਾ। ਅਸਲ ਧਰਮ ਨੂੰ ਨਸ਼ਟ ਕਰਨ ਲੱਗ ਜਾਂਦੇ ਜਦ, ਫਿਰ ਧਰਮ ਦਾ ਕਰੂਰ ਰੂਪ ਹੁੰਦਾ, ਗਰਮ ਦਲੀਏ ਜਿਹਨੂੰ ਕਹਿੰਦੇ ਆਪਾਂ, ਉਹ ਆ ਜਾਂਦੇ ਨੇ ਗੁੱਸੇ 'ਚ। ਉਹ ਫਿਰ ਅੜ ਜਾਂਦੇ ਨੇ ਉਹਨਾਂ ਲੋਕਾਂ ਦੇ ਸਾਹਮਣੇ ਜਿਹੜੇ ਕਰ ਰਹੇ ਨੇ ਇਹ ਸਿਨੇਮਿਆਂ 'ਚ, ਜਿਹੜਾ ਕਰ ਰਹੇ ਤੇ ਨਾ ਔਰਤਾਂ ਦਾ ਬਰਾਬਰੀ ਫਲਾਨਾ, ਧਰਮ ਤੋਂ ਖਿਲਾਫ, ਸਮਝੇ? ਔਰ ਬੇਹਯਾਈ, ਉਹ ਸਾਰਾ ਧਰਮ ਤੋਂ ਖਿਲਾਫ ਗੱਲ ਸੀ। ਉਹ ਮੁਸਲਮਾਨਾਂ ਨੇ ਚੁੱਕਿਆ ਉਹਦੇ ਖਿਲਾਫ। ਸਿੱਖਾਂ ਨੂੰ ਨਹੀਂ ਪਤਾ ਇਸ ਗੱਲ ਦਾ। ਸਿੱਖ ਤਾਂ ਲੜੇ ਨਹੀਂ ਇਹ ਲੜਾਈ, ਸਿੱਖ ਤਾਂ ਸਹਿਮਤ ਹੋ ਗਏ ਉਹਨਾਂ ਨੂੰ, ਬਰਾਬਰੀ ਸਹਿਮਤ ਨੇ। ਅਸਲ 'ਚ ਉਹਨਾਂ ਨੇ ਸਹਿਮਤ ਕੀਤੀ ਹੈ ਬਰਾਬਰੀ 'ਚ, ਜਿਹੜੇ ਮਹੀਨੇ ਤੇ ਪਹਿਲਾਂ ਹਿੰਦੂਆਂ ਨਾਲ ਰਲੇ ਤੇ। ਹਿੰਦੂ ਵੀ ਬਰਾਬਰੀ ਉਹ ਕਰਦੇ ਨੇ, ਉਹ ਤੋਂ ਬਰਾਬਰੀ ਹੈ। ਹਿੰਦੂਆਂ ਦਾ ਕੋਈ ਰੌਲਾ ਹੀ ਨਹੀਂ। ਜੂਏ ਛਾਲ ਦੇਣ ਜਾਣਦੀ ਇਹਨਾਂ ਦੀ ਪੜ੍ਹਾਈ ਹੋਰ ਤਰ੍ਹਾਂ ਦੀ ਹੈ। ਬਰਾਬਰੀ ਵੀ ਕਹੀ ਜਾਂਦੇ ਨੇ, ਸਿਰ ਤੇ ਵੀ ਬਿਠਾ ਲੈਂਦੇ ਨੇ, ਜੁੱਤੀ ਵੀ ਕਹੀ ਇਹ ਸਭ ਕੁਝ ਕਹੀ ਜਾਂਦੇ ਨੇ, ਪੈਰ ਦੀ ਜੁੱਤੀ ਵੀ ਕਹੀ ਜਾਂਦੇ ਨੇ, ਔਰ ਦੇਵੀਆਂ ਵੀ ਨੇ ਪੂਜਾ ਵੀ ਕਰਦੇ ਨੇ ਬਣਾ ਕੇ, ਸੀਤਾ ਨੂੰ ਮਾਤਾ ਵੀ ਕਹੀ ਜਾਂਦੇ ਨੇ। ਇਹ ਸਭ ਕੁਛ ਇਹਨਾਂ ਦਾ ਫਲੈਕਸੀਬਿਲਿਟੀ ਹੈ ਨਾ ਧਰਮ 'ਚ। ਜਦ ਅਗਲਾ ਗੁੱਸੇ 'ਚ ਹੁੰਦਾ ਦੂਆ ਕੁਛ ਕਹਿੰਦੇ ਨੇ, ਭੁੱਲ ਜਾਂਦਾ, ਫਿਰ ਭੁੱਲ ਜਾਂਦਾ, ਫਿਰ ਹੋਰ ਕੋ ਕਹਿੰਦੇ ਨੇ। ਇਹਨਾਂ ਦਾ ਧਰਮ ਹੋਰ ਤਰੀਕੇ ਦਾ। ਇਹ ਥੋੜੀ ਵੀ ਜਿਹੜੀ ਗੱਲ ਕਹਿਤੀ ਉਹ ਤੇ ਕਾਇਮ ਨੇ। ਕਰਮਣ ਲਿਖੀ ਗਈ, ਤੂੰ ਹੋਰ ਕੁਛ ਕਹਿੰਦੀ ਤੀ, ਹੋਰ ਸਾਰੀਆਂ ਠੀਕ ਨੇ। ਚਲੋ 200-250 ਕਿਸਮ ਦੀ ਰਮਾਇਣ ਬਣ ਗਈ ਜੀ, ਸਾਰੀਆਂ ਠੀਕ ਨੇ। ਕਦੇ ਕਿਹਾ ਇਹਨਾਂ ਨੇ ਵੀ ਇੱਕ ਬਣਾਓ, ਨਹੀਂ ਤਾਂ ਸਾਰੀਆਂ ਚੱਕ ਕੇ ਪਰੇ ਸੁੱਟੋ, ਕਦੇ ਵੀ ਨਹੀਂ ਕਹਿੰਦੇ। ਮਹਾਂਭਾਰਤ ਦੇ ਕਈ ਰੂਪ ਨੇ। ਇਹ ਕਿਹੜਾ ਰੂਪ ਆਪਣੇ ਮਹਾਂਭਾਰਤ ਆਪਣੀ ਗੁਰਬਾਣੀ 'ਚ ਹੈ, ਇਹਨਾਂ ਨੇ ਉਹਦੇ ਖਾਤਰ ਇਤਰਾਜ਼ ਕੀਤਾ? ਕਦੇ ਕੀਤਾ ਹੀ ਨਹੀਂ। ਜੇ ਤਾਂ ਧਰਮ ਹੋਵੇ ਸੱਚਾ, ਫਿਰ ਤਾਂ ਇਤਰਾਜ਼ ਕਰੇ। ਇਹ ਆ ਧਰਮ ਦੇ ਵਿੱਚ ਸੁਧਾਰ, ਧਰਮ ਤਾਂ ਵਿਗਾੜਨਾ ਇਹਨਾਂ ਨੇ। ਇਹ ਕਹਿੰਦੇ ਹੋਰ ਜਿੰਨਾ ਮਰਜ਼ੀ ਵਿਗਾੜੋ, ਵਿਗਾੜਨ ਵਾਲੇ ਦੇ ਨਾਲ ਸਹਿਮਤ ਨੇ, ਵਿਗਾੜਨ ਵਾਲਿਆਂ ਨਾਲ ਸਹਿਮਤ ਨੇ। ਜੋ ਕਹਿੰਦੇ 45 ਕੋ ਰਾਜ ਸਭਾ में राम नाम सुध आई। ਰਾਮ ਨਾਲ ਉਹ ਕ੍ਰਿਸ਼ਨ ਦੀ ਸੋਝੀ ਨਹੀਂ ਆਈ, ਰਾਮ ਦੀ ਆਈ। ਡਿਫਰੈਂਟ ਖਿਆਲ ਹੋ ਗਿਆ ਨਾ। ਕਹਿੰਦੇ ਚਲੋ ਕੋਈ ਗੱਲ ਨਹੀਂ, ਰਾਮ ਦੀ ਆ ਗਈ, ਉਹ ਕ੍ਰਿਸ਼ਨ ਦੀ ਨਾ, ਦੋਹਾਂ ਇੱਕੋ ਹੀ ਗੱਲ ਹੈ। ਕਹਾਣੀ ਬਦਲ ਲਾਂਗੇ ਆਪਾਂ, ਸਾਡੀ ਰਾਮ ਛੱਡਦਾ ਦਿਖਾ ਦਾਂਗੇ। ਚਲੋ ਦਿਖਾਉਣਾ ਹੀ ਉੱਥੇ ਕ੍ਰਿਸ਼ਨ ਨਹੀਂ ਛੱਡਦਾ। ਭਾਈ ਕ੍ਰਿਸ਼ਨ ਤਾਂ ਉਹਦੇ ਬਰਾਬਰ ਦਾ ਹੀ ਸੀ, ਭਾਈ ਉਹ ਸੀ ਲੱਗਦਾ। ਸ਼ਾਇਦ ਰਾਮ ਨੂੰ ਚਿੱਤ ਪਿਆ ਹੋਵੇ ਪਹਿਲਾਂ ਵੀ, ਬਜ਼ੁਰਗ ਚਿੱਤ ਵੀ ਤਾਂ ਐਂ ਕਰ ਲਿਆ ਹੋਵੇ। ਚੱਲ ਇਹ ਤਾਂ ਐਂ ਕੰਪਰੋਮਾਈਜ਼ ਕਰ ਲੈਂਦੇ ਧਰਮ ਦਾ, ਉਹ ਕੋਈ ਗੱਲ ਨਹੀਂ ਖਾਸ। ਹੋਰ ਕਹਾਣੀ ਮੋੜ ਕੇ ਕਰ ਲੈਣਗੇ। ਜਿਹਨੇ ਧਰਮ ਦੇ ਵਿੱਚ ਤੁਹਾਨੂੰ ਕੁਛ ਦਿਖਾਉਣਾ, ਪ੍ਰਤੱਖ ਕਰਕੇ ਦਿਖਾਉਣਾ, ਜੋ ਧਰਮ 'ਚ ਲਿਖਿਆ ਹੋਇਆ ਉਹ ਗੱਲਾਂ ਨੂੰ ਸੱਚ ਕਰਕੇ ਦਿਖਾਉਣਾ, ਉਹਦੀ ਪ੍ਰੋਬਲਮ ਹੋਰ ਹੈ। ਉਹਦੀ ਪ੍ਰੋਬਲਮ ਡੰਗ ਟਪਾਊ ਨਹੀਂ ਹੈ ਵੀ ਮੈਂ ਸੰਤ ਬਣਿਆ ਹੋਇਆ, ਕੋਈ ਨਾ ਕੋਈ ਬਹਾਨਾ ਲਾ ਕੇ ਨਿਕਲ ਜਾ, ਚੱਲ ਆਪਣਾ ਕੰਮ ਸਰ ਗਿਆ। ਉਹਦੀ ਪ੍ਰੋਬਲਮ ਨਹੀਂ ਹੈ, ਉਹਨਾਂ ਦੀ ਪ੍ਰੋਬਲਮ ਮੇਰੇ ਵਾਲੀ ਨਹੀਂ ਹੈ, ਸਾਡੀ ਉਹਨਾਂ ਵਾਲੀ ਨਹੀਂ ਹੈ। ਉਹਨਾਂ ਨੇ ਤਾਂ ਆਪਣਾ ਸੰਤ ਬਣ ਕੇ ਰੋਟੀ ਖਾਣ ਦੀ ਗੱਲ ਹੈ ਉਹਨਾਂ ਦੀ। ਜਿੰਨੇ ਵੀ ਧਰਮ ਨੇ ਇੱਕ ਪਾਸੇ ਨੇ, ਗੁਰਮਤਿ ਵਾਲਾ ਜਿਹੜਾ ਧਰਮ ਹੈ ਇੱਕ ਪਾਸੇ, ਜਿਹੜਾ ਪ੍ਰਭ ਕਾ ਸਿਮਰਨਾ ਹੈ,
ਉਹਦੀ ਗੱਲ ਚੱਲਦੀ ਹੈ, ਨਾ ਕਿ ਕਿਸੇ ਦੇਵੀ ਦੇਵ ਦੇ ਸਿਮਰਨ ਦੀ ਗੱਲ ਚੱਲਦੀ ਹੈ। ਪ੍ਰਭ ਕਾ ਸਿਮਰਨ ਦੀ ਗੱਲ ਚੱਲਦੀ ਇੱਥੇ। ਪ੍ਰਭ ਕੇ ਸਿਮਰਨ ਗਰਭ ਨਾ ਵਸੈ, ਫਿਰ ਇੱਥੇ ਨਹੀਂ ਬਸਣਾ ਚਾਹੂਗਾ। ਜਿਹੜੇ ਪ੍ਰਭ ਕਾ ਸਿਮਰਨ ਦੀ ਸਮਝ ਆ ਗਈ ਵੀ ਪ੍ਰਭ ਕਾ ਸਿਮਰਨ ਕੀ ਹੁੰਦਾ ਹੈ, ਪ੍ਰਭ ਕੌਣ ਹੈ, ਸਿਮਰਨ ਕੀ ਹੈ, ਇੰਨੀ ਗੱਲ ਦਾ ਪਤਾ ਲੱਗ ਜਵੇ। ਜੇ ਸੰਸਾਰ ਉਹਨੂੰ ਚੰਗਾ ਹੀ ਨਹੀਂ ਲੱਗਦਾ, ਸੰਸਾਰ ਦਾ ਰਹਿਣਾ ਉਹਨੂੰ ਭਾਉਂਦਾ ਹੀ ਨਹੀਂ, ਐਂ ਕਹਿੰਦਾ ਵੀ ਜਾਂ ਮਰਜੀ ਪੱਟ ਲਓ ਸੰਸਾਰ ਚੋਂ। ਸੰਸਾਰ ਤੋਂ ਜਦ ਮਰਜੀ ਪੱਟ ਕੇ ਦੂਏ ਪਾਸੇ ਲਾ ਦੋ, ਇਧਰੋਂ ਪੱਟੋ ਤਾਂ ਲਾਉਣਾ। ਸੰਸਾਰ ਚੋਂ ਪੱਟ ਹੋਣ ਨੂੰ ਤਿਆਰ ਆ, ਮਨ ਪੱਟਿਆ ਗਿਆ ਉਹਦਾ ਸੰਸਾਰ ਚ। ਕਰਮ ਨਾ ਬਸਾ, ਸੰਸਾਰ ਚ ਬਸਣਾ ਨਹੀਂ ਚਾਹੁੰਦਾ। ਕਿਸ ਘੜੀ ਮੈਂ ਇੱਥੋਂ ਛੁਟਕਾਰਾ ਪਾਵਾਂ, ਗਰਭ ਨਹੀਂ ਬਸਣਾ ਚਾਹੁੰਦਾ। ਜਿਵੇਂ ਜੇਲ੍ਹ ਦੇ ਵਿੱਚ ਆਦਮੀ ਹੈ, ਉਹ ਦਿਨ ਉਡੀਕਦਾ ਵੀ ਕਦ ਮੇਰੀ ਰਿਹਾਈ ਹੋਵੇ, ਉਡੀਕਦਾ ਨਾ ਟਾਈਮ, ਚਾਹੇ ਹਵਾਲਾ ਉਹੀ ਗਿਆ ਹੋਵੇ ਕੱਚੇ ਚ ਜਵੰਤ ਹੋ ਜਾਏ, ਫਿਰ ਉਹ ਘੰਟੇ ਮਿੰਟ ਉਡੀਕਦਾ ਜਿਵੇਂ ਟ੍ਰੇਨ ਆਉਂਦੀ ਨੂੰ ਆਪਾਂ ਉਡੀਕਦੇ ਹਾਂ ਰਿਹਾਈ ਦੇ। ਜਿਹੜਾ ਇਹ ਮੰਨਦਾ ਵੀ ਆ ਜੇਲ੍ਹ ਚ ਬੈਠੇ ਉਹ ਰਿਹਾਈ ਦਾ ਟਾਈਮ ਘੰਟੇ ਐ ਉਡੀਕਦਾ। ਵਾਰੀ ਜਨਮ ਦੀ ਵਾਰੀ ਹੁੰਦੀ ਹੈ, ਇਹੋ ਤੇਰੀ ਅਵਸਰ, ਇਹੋ ਤੇਰੀ ਬਾਰ। ਜਿਹੜਾ ਸਾਨੂੰ ਮਿਲਿਆ ਨਾ ਜਨਮ, ਇਹੀ ਵਾਰੀ ਹੈ। ਉੱਥੇ ਪਤਾ ਪ੍ਰਗਤੀ ਕੀ ਹੈ, ਕਰਮਹੀਨ ਤਨ ਕਰੇ ਬੇਨਤੀ। ਕਰਮਹੀਨ ਸੀ, ਜਨਮ ਜੂਏ ਹਾਰ ਗਈ ਪਹਿਲਾਂ ਬੁੱਧੀ। ਉਹ ਕੰਮ ਨਹੀਂ ਕੀਤਾ ਜਿਹੜਾ ਕਰਨਾ ਸੀ, ਕੰਮ ਕੀਤਾ ਹੀ ਨਹੀਂ। ਕਰਮਹੀਨ ਸੀ, ਕਿਰਪਾ ਹੋਈਓ ਨਹੀਂ। ਹੁਣ ਉਡੀਕਦੀ ਆ ਦੁਬਾਰਾ ਨੰਬਰ ਕਦ ਆਵੇ ਤਾਂ ਜੇਲ੍ਹ ਚੋਂ ਨਿਕਲਣ। ਜੇਲ੍ਹ ਚੋਂ ਨਿਕਲਣ ਦਾ ਜਿਹੜੀ ਚਾਬੀ ਆ ਨਾ, ਬੇੜੀ ਪਈ ਹੋਈ ਹੈ, ਉਹਦੀ ਕੁੰਜੀ ਆ ਗਿਆਨ ਦੀ, ਉਹ ਲੈਣੀ। ਉਹ ਜਮਦੇ ਜਾਲ ਚੋਂ ਨਿਕਲਣ ਦੀ ਜਿੰਦੇ ਲੱਗੇ ਨੇ ਗੱਠਾਂ ਦੀ ਬਜਾਏ, ਜਿੰਦਾ ਖੋਲ ਲੈਣਾ ਤਾਂ ਕੀ ਆਪਾਂ ਜਾਲ ਤੇ ਕੀ ਲੈਣਾ। ਕਿੰਨਾ ਹੀ ਕਲਾ ਮਜ਼ਬੂਤ ਹੈ, ਦਰਵਾਜ਼ੇ ਦੀ ਚਾਬੀ ਚ ਦਾ ਜਿੰਦਾ ਚ ਜਿਹੜਾ ਲੱਗਿਆ ਉਹਦੀ ਚਾਬੀ ਹੋਵੇ, ਖੋਲ ਕੇ ਆਪਾਂ ਬਾਹਰ ਨਿਕਲ ਜਾਣਾ। ਜਿੰਦਾ ਫੇਰ ਅਗਲੇ ਨੇ ਲਾ ਲੈਣਾ। ਤੂੰ ਕਿਹੜਾ ਜੇਲ੍ਹ ਢਾਹ ਕੇ ਆਉਣੀ ਹੈ, ਬਾਕੀ ਵੀ ਤਾਂ ਰੱਖਣੇ ਅਗਲੇ ਜੇਲ੍ਹ ਚ। ਤੈਨੂੰ ਬਾਹਰ ਕੱਢਣਾ, ਜੇਲ੍ਹ ਨਹੀਂ ਢਾਉਣੀ ਅਗਲੇ ਨੇ ਆਪਣੀ, ਨਾ ਢਾਉਣ ਦੇਣੀ ਹੈ। ਨਾਲੇ ਜਿਹੜੇ ਜੇਲ੍ਹ ਚ ਰੱਖਣੇ ਆਪ ਤੋਂ ਖਿਲਾਫ ਨੇ, ਆਪਾਂ ਤੋਂ ਖਿਲਾਫ ਨੇ ਲੋਕ, ਉਹ ਜੇਲ੍ਹ ਚ ਠੀਕ ਨੇ। ਆਪਾਂ ਤਾਲ ਲਾ ਕੇ ਨਹੀਂ ਰੱਖਦੇ ਕਿਸੇ ਚੀਜ਼ ਨੂੰ। ਕੁੱਤਿਆਂ ਨੂੰ ਪਿੰਜਰੇ ਚ ਰੱਖਦੇ ਨੇ ਵੀ ਨਹੀਂ ਸਾਰੇ ਭਾਂਡੇ ਚੱਟਣਗੇ ਆ ਕੇ, ਪਰੇ ਰੱਖੋ ਇਹਨਾਂ ਨੂੰ ਤਾੜ ਕੇ ਅੱਡ। ਇਸ ਕਰਕੇ ਉਹ ਬਾਰੀ ਜਿਹੜੀ ਹੈਗੀ ਆ, ਫੇਰ ਮੈਨੂੰ ਮਨੁੱਖਾ ਦੇ ਕਦ ਮਿਲੂ। ਹੁਣ ਉਡੀਕਦੀ ਆ ਜਦ ਕੰਮ ਕੀਤਾ ਨਹੀਂ। ਇਹ ਜਿਹੜੀ ਗੱਲ ਹੈ ਇਹ ਹੋਰ ਹੈ, ਇਹ ਹੋਰ ਹੈ।